ਇੱਕ ਵਾਰ ਮੇਰਾ ਭਾਸ਼ਾ ਵਿਭਾਗ ਵਿੱਚ ਰੂਬਰੂ ਹੋਣਾ ਸੀ ਤੇ ਮੈਂ ਜਾ ਕੇ ਪਾਪਾ ਜੀ ਕੋਲ ਘਬਰਾ ਕੇ ਕਿਹਾ ਕਿ ਪਾਪਾ ਜੀ ਮੇਰੇ ਵਿਸ਼ੇ ਬਾਰੇ ਕੋਈ ਕੁਝ ਵੀ ਪੁੱਛ ਲਵੇ ਮੈਂ ਸਭ ਕੁਝ ਬੋਲ ਸਕਦੀ ਹਾਂ, ਪਰ ਉੱਥੇ ਤਗੜੇ ਤਗੜੇ ਸਾਹਿਤਕਾਰ ਹੋਣੇ ਨੇ ਤੇ ਮੈਂ ਕੱਲ੍ਹ ਦੀ ਅਜੇ ਲਿਖਣ ਵਾਲੀ, ਮੈਂ ਕੀ ਜਵਾਬ ਦੇਵਾਂਗੀ ਜੇ ਕੁਝ ਪੁੱਛਣ। ਤੇ ਕਹਿਣ ਲੱਗੇ ਗੱਲ ਇਹ ਹੈ ਬੱਲਿਆ, ਤੇਰਾ ਨਾਨਾ ਉਹ ਪੰਜਾਬੀ ਵਿੱਚ ਅਨਪੜ੍ਹ, ਮੈਂ ਪੰਜਾਬੀ ਵਿੱਚ ਅਨਪੜ੍ਹ, ਅਸੀਂ ਤਾਂ 10ਵੀਂ ਤੱਕ ਪੜ੍ਹੀ ਨਹੀਂ, ਉਦੋਂ ਹੁੰਦੀ ਨਹੀਂ ਸੀ। ਤੇ ਭਾਈ ਤੂੰ ਸਾਡੇ ਤਾਂ ਸਾਰੇ ਟੱਬਰ 'ਚੋਂ ਵੱਧ ਪੜ੍ਹੀ ਹੋਈ, ਤੂੰ 10ਵੀਂ ਜਮਾਤ ਤੱਕ ਪੰਜਾਬੀ ਪੜ੍ਹੀ ਏ, ਫਿਰ ਤੈਨੂੰ ਕਾਹਦਾ ਡਰ ਏ। ਯਾਨੀ ਮੇਰਾ ਕਹਿਣ ਦਾ ਭਾਵ ਸੀ ਕਿ ਇਹ ਹਿੰਮਤ ਜੋ ਉਹਨਾਂ ਦੀ ਕਿਸੇ ਹੋਰ ਦੇ ਅੰਦਰ ਭਰਨ ਦੀ ਕਮਾਲ ਦੀ ਸ਼ਕਤੀ ਸੀ, ਉਹੀ ਕਾਰਨ ਸੀ ਕਿ ਕੋਈ ਕਿੰਨਾ ਵੀ ਢਹਿ ਢੇਰੀ ਹੋਇਆ ਉਹਨਾਂ ਦੇ ਕੋਲ ਜਾ ਕੇ ਐਨ ਪੂਰਾ ਡਟ ਕੇ ਖੜਾ ਹੋ ਕੇ ਤੁਰ ਸਕਦਾ ਸੀ। 3 ਵਾਰ ਜ਼ਿੰਦਗੀ ਵਿੱਚ ਉਹਨਾਂ ਨੂੰ ਹਾਰਟ ਅਟੈਕ ਹੋਇਆ, 3 ਵਾਰ ICU ਵਿੱਚ ਹਸਪਤਾਲ ਦੇ ਮੰਜੇ ਉੱਤੇ ਪਏ ਵੀ ਉਹਨਾਂ ਨੇ ਕਦੇ ਲਿਖਣਾ ਨਹੀਂ ਛੱਡਿਆ। 4:45 ਸਵੇਰੇ ਲਿਖਣਾ ਸ਼ੁਰੂ ਕਰਦੇ ਸਨ, ਰਾਤ 10:15 ਤੱਕ ਇਹ ਨਿਤਨੇਮ ਕਦੇ ਨਹੀਂ ਖੁੰਝਿਆ। 4-5 ਵਾਰ ਉਹ ਬੇਹੋਸ਼ ਹੋ ਕੇ ਵੀ ਡਿੱਗੇ, 2-3 ਵਾਰ ਉਹਨਾਂ ਦੀ ਧੜਕਣ ਵੀ ਰੁਕੀ, ਪਰ ਸਬੱਬ ਨਾਲ ਹਰ ਵਾਰ ਜਾਂ ਮੈਂ ਉਹਨਾਂ ਕੋਲ ਹੁੰਦੀ ਸੀ ਜਾਂ ਮੇਰੇ ਡਾਕਟਰ ਪਤੀ ਡਾਕਟਰ ਗੁਰਪਾਲ ਸਿੰਘ। ਇੱਕਦਮ ਡਾਕਟਰੀ ਸਹਾਇਤਾ ਮਿਲ ਜਾਣ ਉੱਤੇ ਉਹ ਠੀਕ ਵੀ ਹੁੰਦੇ ਰਹੇ ਤੇ ਇਸੇ ਕਰਕੇ ਉਹ ਕਹਿੰਦੇ ਸਨ ਕਿ ਮੇਰਾ ਜਵਾਈ ਨਹੀਂ ਪੁੱਤਰ ਏ, ਤੇ ਮੈਨੂੰ ਖੰਡ ਵੀ ਦੇ ਦੇਵੇ ਘੋਲ ਕੇ ਤੇ ਮੇਰੇ ਤੇ ਅਸਰ ਕਰ ਜਾਂਦੀ ਏ। ਸੋ ਭਾਵੇਂ ਰੱਬ ਵਰਗਾ ਯਕੀਨ ਰੱਖਿਆ ਸੀ ਉਹਨਾਂ ਨੇ, ਫਿਰ ਵੀ ਕਦੇ ਕਦੇ ਉਹਨਾਂ ਨੇ ਮੈਨੂੰ ਹਾਸੇ 'ਚ ਕਹਿ ਦੇਣਾ, ਹਰਸ਼ਾ ਜਿੰਨੀ ਵਾਰ ਰੱਬ ਤੋਂ ਮੈਨੂੰ ਸੱਦਾ ਆਉਂਦਾ ਨਾ, ਤੂੰ ਵੀ ਚੜ ਜਾਂਦੀ ਹੈ, ਮੈਨੂੰ ਵਾਪਸ ਮੋੜ ਲਿਆਉਣੀ, ਤੈਨੂੰ ਦੂਰ ਭੇਜਾਂਗਾ ਕਿਸੇ ਦਿਨ, ਫਿਰ ਹੀ ਇਹ ਲੰਮਾ ਸਫ਼ਰ ਮੁਕਾਉਣਾ ਪਏਗਾ। ਮੈਨੂੰ ਉਦੋਂ ਪਤਾ ਨਹੀਂ ਸੀ ਕਿ ਇਹ ਮਜ਼ਾਕ ਨਹੀਂ ਹੈ, ਇੱਕ ਦਰਵੇਸ਼ ਵਾਪਰਨ ਵਾਲੀ ਹਕੀਕਤ ਬਿਆਨ ਕਰ ਰਿਹਾ ਹੈ, ਕਿਉਂਕਿ ਜਿਸ ਦਿਨ ਉਹ ਗਏ ਮੈਂ ਉਸ ਦਿਨ ਸਵੇਰੇ ਪਾਕਿਸਤਾਨ ਦੇ ਵਿੱਚ ਹੱਦ ਟੱਪ ਕੇ ਪੈਰ ਹੀ ਧਰਿਆ ਸੀ ਤੇ ਇਹ ਖਬਰ ਮੈਨੂੰ ਪਹੁੰਚੀ ਤੇ ਮੈਂ ਵਾਪਸ ਉਸ ਵੇਲੇ ਜਾ ਨਹੀਂ ਸਕਦੀ। ਸੋ ਮੈਨੂੰ ਉਦੋਂ ਚੇਤੇ ਆਇਆ ਕਿ ਇਹ ਹਮੇਸ਼ਾ ਕਹਿੰਦੇ ਸਨ ਕਿਤੇ ਦੂਰ ਭੇਜ ਕੇ ਜਾਣਾ, ਤੇ ਉਹ ਹਕੀਕਤ ਵਾਪਰ ਵੀ। 2-3 ਵਾਰ ਲਹੂ ਵੀ ਉਹਨਾਂ ਨੂੰ ਚੜਾਉਣ ਦੀ ਲੋੜ ਪਈ ਸੀ ਤੇ ਜਿੰਨੀ ਵਾਰ ਉਹ ਲਹੂ ਚੜਾਉਂਦਾ ਰਹੇ ਉਹਦੇ ਵਿੱਚ 2 ਵਾਰ ਅਸੀਂ ਘਰ ਦੇ ਵਿੱਚ ਹੀ ਚੜਾਇਆ, ਕਿਉਂਕਿ ਉਹ ਜ਼ਿੱਦ ਫੜੀ ਬੈਠੇ ਸਨ ਕਿ ਮੈਂ ਕਿਸੇ ਵੀ ਤਰੀਕੇ ਬਾਬਾ ਫਰੀਦ ਦੀ ਕਿਤਾਬ ਪੂਰੀ ਕਰਕੇ ਹੀ ਜਾਣੀ ਹੈ, ਮੈਂ ਇੱਥੇ ਹੀ ਬੈਠਾਂਗਾ। ਤੇ ਉਹ ਚੜ੍ਹਦੇ ਹੋਏ ਖੂਨ ਤੇ ਵੀ ਨਾਲ ਆਪਣੇ ਸਟੈਨੋ ਨੂੰ ਬੁਲਾ ਕੇ ਨਾਲ ਡਿਕਟੇਸ਼ਨ ਦਿੰਦੇ ਰਹਿੰਦੇ ਸਨ, ਇੱਥੋਂ ਤੱਕ ਕਿ ਜਿਸ ਦਿਨ ਉਹਨਾਂ ਨੇ ਫਾਨੀ ਦੁਨੀਆ ਨੂੰ ਅਲਵਿਦਾ ਕਿਹਾ, ਮੈਂ ਭਾਵੇਂ ਪਾਕਿਸਤਾਨ ਵਿੱਚ ਸਾਂ, ਪਰ ਜਿੰਨੇ ਵੀ ਜਣੇ ਕੋਲ ਬੈਠੇ ਸਨ ਉਹ ਸਭ ਗਵਾਹ ਨੇ ਕਿ ਕਿਤਾਬ ਪੂਰੀ ਕਰਕੇ ਸਿੰਘ ਬ੍ਰਦਰਜ਼ ਨੂੰ ਚਿੱਠੀ ਲਿਖ ਕੇ ਆਪਣੇ ਹੱਥ ਨਾਲ ਥੱਲੇ ਸਾਈਨ ਕਰਕੇ ਸਿਰਫ ਪੈਨਸਲ ਰੱਖੀ ਤੇ ਸਵਾਸ ਛੱਡ ਗਏ। ਮੈਂ ਉਹਨਾਂ ਨੂੰ ਬਚਪਨ ਤੋਂ ਲਿਖਦਿਆਂ ਨੇੜਿਓਂ ਵੇਖਦੀ ਰਹੀ ਸੀ। ਬਹੁਤ ਬਰੀਕ ਮੋਤਿਆਂ ਵਰਗੀ ਲਿਖਾਈ ਵਿੱਚ ਉਹ ਲਿਖਦੇ ਸਨ। ਖਰੇ ਕਿੰਨੀ ਵਾਰ ਉਹਨਾਂ ਨੇ ਲਿਖਣਾ, ਫਿਰ ਸੋਧਣਾ, ਫਿਰ ਲਿਖਣਾ, ਕੱਟਣਾ, ਤੇ ਮੈਂ ਪੜ੍ਹ ਕੇ ਕਹਿਣਾ ਕਿ ਇੰਨੀ ਨੀਝ ਲਾਈ ਜਾਂਦੇ ਹੋ, ਮੈਨੂੰ ਤਾਂ ਸਾਰਾ ਕੁਝ ਠੀਕ ਲੱਗਦਾ, ਐਡਾ ਸੋਹਣਾ ਲਿਖਿਆ, ਫਿਰ ਕੱਟਣ ਲੱਗ ਜਾਂਦੇ। ਤੇ ਮੈਨੂੰ ਕਹਿਣ ਲੱਗੇ ਜਿਸ ਦਿਨ ਤੂੰ ਆਪ ਲਿਖਣ ਬੈਠੇਂਗੀ ਨਾ, ਤੈਨੂੰ ਸਮਝ ਆਏਗੀ, ਮੈਂ ਆਪਣੀ ਕਲਮ ਤੋਂ ਤੇਸੇ ਫਾਨੇ ਤੇ ਰੰਦੇ ਦਾ ਕੰਮ ਲੈਣਾ ਤੇ ਮੇਰੀ ਰਚਨਾ ਪ੍ਰਕਿਰਿਆ ਦਾ ਇਹ ਇੱਕ ਅਨਿੱਖੜ ਭਾਗ ਬਣ ਗਿਆ। ਮੈਂ ਪਹਿਲਾਂ ਨੀਝ ਨਾਲ ਸਮੱਗਰੀ ਇਕੱਠੀ ਕਰਦਾ, ਪ੍ਰਾਪਤ ਸਮੱਗਰੀ 'ਚੋਂ ਹਰ ਪੈੜ ਦਾ ਪਿੱਛਾ ਨੱਪਦਾ, ਮੂਲ ਸੋਮੇ ਲੱਭਦਾ, ਅਧਿਕਾਰੀ ਵਿਦਵਾਨਾਂ ਨਾਲ ਤਾਲਮੇਲ ਕਰਕੇ ਨੁਕਤੇ ਸਪਸ਼ਟ ਕਰਕੇ, ਫਿਰ ਸੋਧੀ ਹੋਈ ਸਮੱਗਰੀ ਨੂੰ ਕਿਸੇ ਉਸਰਈਏ ਵਾਂਗ ਚਿਣਾਈ ਕਰਕੇ ਸੰਗਠਿਤ ਕਰਕੇ ਇਕਾਈ ਰੂਪ ਦਿੰਨਾ। ਯਾਨੀ ਇਸ ਨੂੰ ਸੁਨਿਆਰੇ ਦੀ ਠੁੱਕ ਸਮਝ ਲੈ, ਜਿਵੇਂ ਤੰਤੀ ਸਾਜ਼ ਵਾਲਾ ਆਪਣੀਆਂ ਤਾਰਾਂ ਸੁਰ ਕਰਦਾ ਏ, ਮੈਨੂੰ ਵਾਰਤਕ ਦੀਆਂ ਸੁਰਾਂ ਸੰਵਾਰਦੇ ਰਹਿਣ ਦੀ ਆਦਤ ਬਣ ਗਈ। ਭਾਵੇਂ ਉਹਨਾਂ ਦੇ ਵਿਦਿਆਰਥੀ ਉਹਨਾਂ ਨੂੰ ਗਿਆਨ ਦਾ ਸਮੁੰਦਰ ਕਹਿੰਦੇ ਸਨ, ਪਰ ਅੱਜ ਉਹਨਾਂ ਦੇ ਬਹੁਤ ਸਾਰੇ ਅੱਗੋਂ ਵਿਦਿਆਰਥੀ ਉੱਚ ਕੋਟੀ ਦੇ ਅਧਿਆਪਕ ਬਣ ਚੁੱਕੇ ਨੇ। ਪਰ ਉਹਨਾਂ ਨੇ ਇਹਨਾਂ ਸਾਰੇ ਵਿਦਿਆਰਥੀਆਂ ਲਈ ਬਥੇਰੀ ਸਿਫਾਰਿਸ਼ ਕਈ ਵਾਰ ਕੀਤੀ ਹੋਏਗੀ ਕਿ ਮੇਰੇ ਵਿਦਿਆਰਥੀ ਅਗਾਂਹ ਲੰਘਦੇ ਰਹਿਣ, ਪਰ ਇਸ ਦਾ ਜ਼ਿਕਰ ਵੀ ਕਈਆਂ ਨੇ ਕੀਤਾ ਕਿ ਸਾਡੀ ਮਦਦ ਪ੍ਰੋਫੈਸਰ ਸਾਹਿਬ ਨੇ ਕੀਤੀ, ਪਰ ਆਪਣੇ ਬੱਚਿਆਂ ਲਈ ਕਦੇ ਵੀ ਉਹਨਾਂ ਨੇ ਕਿਸੇ ਅੱਗੇ ਸਿਫਾਰਿਸ਼ ਨਹੀਂ ਕੀਤੀ। ਮੇਰੇ ਵਰਗੀ ਪੰਜਾਬੀ ਜ਼ਬਾਨ ਤੋਂ ਪੱਕੀ ਤਰ੍ਹਾਂ ਕਿਨਾਰਾ ਕਰੀ ਬੈਠੀ ਨੂੰ ਜਿਸ ਤਰ੍ਹਾਂ ਪਾਪਾ ਜੀ ਨੇ ਮੋੜਿਆ, ਲਗਾਤਾਰ ਹੱਲਾਸ਼ੇਰੀ ਦਿੰਦੇ ਰਹੇ। ਮੇਰਾ ਖਿਆਲ ਹੈ ਉਹ ਮਿਸਾਲ ਸਭ ਦੇ ਸਾਹਮਣੇ ਹੈ ਕਿ ਡਾਕਟਰ MS ਰੰਧਾਵਾ ਅਵਾਰਡ ਤੇ ਪਾਕਿਸਤਾਨ ਵੱਲੋਂ ਮਸੂਦ ਖੱਦਰਪੋਸ਼ ਅਵਾਰਡ, ਜੋ ਉਹਨਾਂ ਦਾ ਹਾਈਐਸਟ ਲਿਟਰਰੀ ਅਵਾਰਡ ਹੈ, ਜੇ ਮੇਰੇ ਵਰਗੀ ਪੰਜਾਬੀ ਜ਼ਬਾਨ ਦੀ ਅੱਧ ਪੜ੍ਹ ਨੂੰ ਮਿਲੇ ਨੇ
ਤਾਂ ਇਹ ਕ੍ਰਿਸ਼ਮਾ ਸਿਰਫ ਪਾਪਾ ਜੀ ਦੇ ਦਿਮਾਗ ਦੀ ਵੇਗ ਵਿੱਚੋਂ ਵਹਿੰਦੀ ਗਿਆਨ ਧਾਰਾ ਰਾਹੀਂ ਹੀ ਹੋ ਸਕਦਾ ਹੈ, ਭਾਵੇਂ ਅਸੀਂ ਉਸ ਵਿੱਚ ਬਹੁਤੀ ਦੇਰ ਇਸ਼ਨਾਨ ਨਹੀਂ ਕੀਤਾ। ਪੰਜਾਬੀ ਜ਼ਬਾਨ ਦਾ ਬੁਲੰਦ ਫਹਿਰਾਉਂਦਾ ਝੰਡਾ ਵੇਖਣ ਦੀ ਚਾਹ ਪਾਪਾ ਜੀ ਦੇ ਦਿਲ ਵਿੱਚ ਇੰਨੀ ਸੀ ਕਿ ਉਹ ਕਹਿੰਦੇ ਸਨ ਜਿਵੇਂ ਬਿਸ਼ਨੋਈਆਂ ਨੇ ਦਰਖਤ ਨਾ ਵੱਢੇ ਜਾਣ ਤੋਂ ਰੋਕਣ ਲਈ ਆਪ ਦਰਖਤਾਂ ਨਾਲ ਚਿੰਬੜ ਕੇ ਜਾਨਾਂ ਵਾਰੀਆਂ ਨੇ, ਉਵੇਂ ਹੀ ਜਦ ਤੱਕ ਸਾਰੇ ਪੰਜਾਬੀ ਬਿਸ਼ਨੋਈ ਸ਼ਹੀਦਾਂ ਵਾਂਗ ਪੰਜਾਬੀ ਜ਼ਬਾਨ ਨੂੰ ਛਾਤੀ ਨਾਲ ਚਿਪਕਾ ਕੇ ਨਹੀਂ ਰੱਖਦੇ ਤੇ ਉਸ ਲਈ ਹਰ ਖਤਰਾ ਝੱਲਣ ਲਈ ਤਿਆਰ ਨਹੀਂ ਹੁੰਦੇ, ਪੰਜਾਬੀ ਜ਼ਬਾਨ ਦਾ ਘੇਰਾ ਚੌੜਾ ਹੋਣ ਦਾ ਚਾਹ ਇੱਕ ਸੁਪਨਾ ਹੀ ਰਹਿ ਜਾਏਗਾ। ਇਹ ਉਹਨਾਂ ਵੱਲੋਂ ਮਿਲਿਆ ਹੀ ਇੱਕ ਹੱਲਾਸ਼ੇਰੀ ਦਾ ਨਤੀਜਾ ਸੀ ਕਿ ਮੈਂ ਯੂਨਾਈਟਿਡ ਨੇਸ਼ਨਸ ਵਿੱਚ ਪਹਿਲੀ ਵਾਰ ਪੰਜਾਬੀ ਬੋਲ ਸਕੀ। ਜਿੱਥੇ ਤੱਕ ਮੈਂ ਗੱਲ ਕਰਾਂ ਕੁਝ ਆਪਣੇ ਨਾਨਾ ਜੀ ਦੀ, ਤਾਂ ਉਹ ਉਸ ਘਰ ਵਿੱਚ ਜੰਮੇ ਜਿੱਥੇ ਹਮੇਸ਼ਾ ਉਹਨਾਂ ਤੋਂ ਪਹਿਲਾਂ ਜਿੰਨੇ ਜੰਮੇ ਬੱਚੇ ਮਰ ਜਾਂਦੇ ਰਹੇ। ਤਾਂ ਇਸੇ ਲਈ ਉਹਨਾਂ ਦੇ ਕਿਉਂਕਿ ਉਹ ਹਿੰਦੂ ਟੱਬਰ ਵਿੱਚ ਸਨ, ਤਾਂ ਉਹਨਾਂ ਨੂੰ ਜੰਮਦੇ ਸਾਰ ਕਿਸੇ ਨੇ ਕਿਹਾ ਕਿ ਇਹਨਾਂ ਦੇ ਨੱਕ ਵਿੱਚ ਨੱਥ ਪਾ ਦਿਓ ਤੇ ਬਚ ਜਾਣਗੇ। ਸੋ ਉਹ ਨੱਥ ਪਾਉਣ ਕਾਰਨ ਹੀ ਉਹਨਾਂ ਦਾ ਨਾਮ ਨੱਥੂ ਰਾਮ ਰੱਖ ਦਿੱਤਾ। ਤੇ 8ਵੀਂ ਜਮਾਤ ਤੱਕ ਉਹ ਜੋ ਰਿਵਾਜ਼ ਸੀ ਉਸ ਸਮੇਂ ਉਹਨਾਂ ਦੇ ਪਿਆ ਰਿਹਾ, ਤੇ ਜਦੋਂ ਤੱਕ ਵਿਆਹ ਨਾ ਹੋ ਗਿਆ 8ਵੀਂ ਜਮਾਤ ਵਿੱਚ ਉਹ ਕੱਢੀ ਨਹੀਂ ਸੀ ਗਈ। ਜਿਹੜੀ ਉਹਨਾਂ ਦੀ ਮੁੱਢਲੀ ਤਾਲੀਮ ਸੀ ਜੋ 4.5 ਸਾਲ ਵਿੱਚ ਜਦੋਂ ਸ਼ੁਰੂ ਕੀਤੀ ਉਹਨਾਂ ਨੇ, ਉਹ ਮੀਆਂ ਹਯਾਤ ਸ਼ਾਹ ਜੋ ਪ੍ਰਸਿੱਧ ਕਵੀ ਹਾਸ਼ਮ ਸ਼ਾਹ ਦੇ ਸਪੁੱਤਰ ਸਨ, ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਪ੍ਰਸਿੱਧ ਕਵੀ ਸਨ, ਉਹਨਾਂ ਕੋਲੋਂ ਹੋਈ। ਤੇ ਉਹਨਾਂ ਕੋਲੋਂ ਸੁਣੀਆਂ ਸਾਖੀਆਂ ਜਾਂ ਕਿੱਸੇ ਜੋ ਸੁਣਾਉਂਦੇ ਹੁੰਦੇ ਸਨ, ਉਹਨਾਂ ਦੇ ਦਿਲ ਅੰਦਰ ਕਿਤੇ ਉਧਰ ਨੂੰ ਖਿੱਚ ਪਾ ਗਏ ਕਿ ਜਿਹੜੇ ਸਿੱਖ ਹੁੰਦੇ ਨੇ ਉਹ ਕਮਾਲ ਦੇ ਬੰਦੇ ਹੁੰਦੇ ਨੇ। ਤੇ ਉਸ ਤੋਂ ਬਾਅਦ ਵੀ ਜਦੋਂ ਸਕੂਲੋਂ ਵਾਪਸ ਮੁੜਨਾ ਉਹਨਾਂ ਨੇ ਵੇਖਣਾ ਕਿ ਸਿੱਖ ਫੌਜੀ ਲੰਘਦੇ ਨੇ ਲੰਮੇ ਜੁੱਸੇ ਵਾਲੇ, ਤੇ ਇਹਨਾਂ ਦਾ ਪਿਛੋਕੜ ਕਿੰਨਾ ਕਮਾਲ ਦਾ ਹੈ ਭਈ ਮੈਂ ਤੇ ਕਿਸੇ ਵੀ ਹਾਲ ਵਿੱਚ ਜ਼ਰੂਰ ਸਿੱਖ ਹੀ ਬਣਨਾ ਹੈ। ਤੇ ਜਿਸ ਤਰ੍ਹਾਂ ਬਾਅਦ ਵਿੱਚ ਸਿੰਘ ਸਜੇ ਉਹ ਅੰਮ੍ਰਿਤ ਵੀ ਛਕਿਆ, ਉਹ ਜਿਸ ਤਰ੍ਹਾਂ ਅੱਗੋਂ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਜੀ ਦੀ ਖੋਜ ਵਿੱਚ ਲਾ ਦਿੱਤੀ, ਉਹ ਵੀ ਕਿਸੇ ਤੋਂ ਹੁਣ ਲੁਕਿਆ ਨਹੀਂ। ਪਰ ਉਹ ਪਹਿਲੀ ਮਿਸਾਲ ਸੀ ਜਦੋਂ ਬਿਨਾਂ ਕੇਸ ਵਾਲੇ ਨੂੰ ਉਸ ਸਮੇਂ ਅੰਮ੍ਰਿਤ ਛਕਾਇਆ ਗਿਆ, ਕਿਉਂਕਿ ਅਜੇ ਵਾਲ ਉੱਗਣ ਵਿੱਚ ਸਮਾਂ ਲੱਗਣਾ ਸੀ। ਪਰ ਉਸ ਤੋਂ ਬਾਅਦ ਉਹਨਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਸੰਸਕ੍ਰਿਤ ਦੇ ਬਹੁਤ ਅੱਛੇ ਵਿਦਵਾਨ ਸਨ, ਪਰ ਫਿਰ ਵੀ ਉਹਨਾਂ ਦੀ ਪੰਜਾਬੀ ਜ਼ਬਾਨ ਦੀ ਜੋ ਮੁਹਾਰਤ ਸੀ, ਪ੍ਰਿੰਸੀਪਲ ਤੇਜਾ ਸਿੰਘ ਨੇ ਲਿਖਿਆ ਹੈ ਉਹਨਾਂ ਬਾਰੇ ਕਿ ਪ੍ਰੋਫੈਸਰ ਸਾਹਿਬ ਸਿੰਘ ਠੀਕ ਤੇ ਮਿਆਰੀ ਪੰਜਾਬੀ ਲਿਖਣ ਵਾਲੇ 2-3 ਲੇਖਕਾਂ ਵਿੱਚੋਂ ਚੋਟੀ ਤੇ ਹਨ। ਮੇਰੇ ਨਾਨਾ ਜੀ ਸਿਰਫ ਮੇਰੀ ਮਲਕੀਅਤ ਨਹੀਂ, ਪੂਰੀ ਪੰਥ ਦੀ ਸਾਂਝੀ ਅਮਾਨਤ ਸਨ। ਜਦੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸਟੀਕ ਕਰਨ ਬਾਰੇ ਸੋਚਿਆ ਤਾਂ ਆਪਣੇ ਉੱਤੇ ਇੱਕ ਖਰਵਾਂ ਜਿਹਾ ਉਛਾੜ ਚਾੜ ਲਿਆ ਸੀ, ਤੇ ਇਸ ਕੰਮ ਨੂੰ ਉਹਨਾਂ ਨੇ ਸੋਚਿਆ ਇੱਕ ਦੈਵੀ ਸੌਂਪਣੀ ਕਿ ਆਪਣਾ ਮੋਹ ਤਿਆਗ ਦਿਓ ਹਰ ਚੀਜ਼ ਨਾਲ, ਸੁੱਖ ਵੀ ਤਿਆਗੋ ਕਿ ਇੱਥੋਂ ਤੱਕ ਆਪਣੀ ਹੋਂਦ ਵੀ ਮਿਟਾ ਦਿਓ। ਗੱਲ ਤੇ ਪਹਿਲਾਂ ਹੀ ਤੁਹਾਨੂੰ ਮੈਂ ਦੱਸ ਚੁੱਕੀ ਹਾਂ, ਸਮਾਂ ਨਹੀਂ ਸੀ, ਪਰ ਉਸ ਤੋਂ ਬਾਅਦ ਤੇ ਸਿਰਫ ਹੀ 2 ਟੁਕ ਗੱਲ ਹੁੰਦੀ ਸੀ। ਵਕਤ ਨਹੀਂ ਸੀ ਜ਼ਾਇਆ ਕਰਦੇ, ਤੇ ਕਹਿੰਦੇ ਹੁੰਦੇ ਸਨ ਕਿ ਇਹ ਜ਼ਿੰਦਗੀ ਦੀ ਡੋਰ ਕਿਤੇ ਕੰਮ ਪੂਰਾ ਹੋਣ ਤੋਂ ਪਹਿਲਾਂ ਨਾ ਤਿੜਕ ਜਾਏ। ਇਹ ਸੀ ਉਹਨਾਂ ਦੀ ਇੱਕ ਪ੍ਰਤ ਲਗਨ, ਨਿਰੰਤਰ ਸਿਰੜਦੀ ਕਦਪੁੱਤ ਮਿਸਾਲ। ਅੱਤ ਦੀ ਗਰੀਬੀ ਵਿੱਚੋਂ ਨਿਕਲਿਆ ਉਹ ਬੰਦਾ ਜੋ ਲਗਨ ਸਦਕਾ ਫਾਰਸੀ, ਗੁਰਮੁਖੀ, ਦੇਵਨਾਗਰੀ, ਲੰਡੇ ਤੇ ਅੰਗਰੇਜ਼ੀ ਦੀ ਮੁਹਾਰਤ ਰੱਖਦਾ ਸੀ, ਕੁੱਲ 20 ਰੁਪਏ ਮਹੀਨੇ ਦੀ ਨੌਕਰੀ ਕਰਦਾ ਹੋਇਆ। ਪਰ ਕਿਆ ਕਮਾਲ ਦਾ ਉਹਨਾਂ 'ਚ ਦਮ ਹੋਣਾ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਉਸ ਸਮੇਂ ਪੰਜਾਬੀ ਵਿਆਕਰਨ ਦਾ ਸੈੱਟ ਤਿਆਰ ਕਰਨ ਲਈ 20,000 ਰੁਪਏ ਦੀ ਪੇਸ਼ਕਸ਼ ਸੀ ਜਿਹੜੀ ਉਹਨਾਂ ਨੂੰ ਮਿਲੀ, ਤੇ ਉਹਨਾਂ ਨੂੰ ਲੱਤ ਮਾਰ ਦਿੱਤੀ ਕਿ ਨਹੀਂ, ਮੇਰਾ ਤਾਂ ਕੋਈ ਹੋਰ ਕੰਮ ਸੌਂਪਿਆ ਹੋਇਆ, ਮੈਂ ਸਿਰਫ ਉਹੀ ਪੂਰਾ ਕਰਨਾ। ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਸੀ ਉਹ ਇਨਸਾਨ। ਜਿਹੜਾ ਲਿਖਤੀ ਜਵਾਬ ਉਹਨਾਂ ਨੇ ਦਿੱਤਾ ਉਹ ਸ਼ਾਇਦ ਅਜੇ ਵੀ ਸਾਂਭਿਆ ਪਿਆ ਹੈ ਕਿ ਸਰੀਰ ਦਾ ਕੋਈ ਪਰਵਾਸਾ ਨਹੀਂ ਕਿਸ ਵੇਲੇ ਜਵਾਬ ਦੇ ਜਾਏ। ਮੈਂ ਗੁਰਬਾਣੀ ਵਿਆਕਰਨ ਦਾ ਸੰਕਲਪ ਕੀਤਾ ਸੀ ਜੋ ਗੁਰੂ ਪਾਤਸ਼ਾਹ ਨੇ ਸਿਰੇ ਚਾੜ ਦਿੱਤਾ। ਗੁਰੂ ਗ੍ਰੰਥ ਸਾਹਿਬ ਦੇ ਟੀਕੇ ਤੇ ਗੁਰ ਇਤਿਹਾਸ ਬਾਰੇ ਸੰਕਲਪ ਬਣਿਆ ਹੋਇਆ ਹੈ। ਜੇ ਮੈਂ ਪੈਸਿਆਂ ਪਿੱਛੇ ਕੋਈ ਕੰਮ ਕਰਨਾ ਹੁੰਦਾ ਤੇ ਕੰਮ ਕਦੀ ਨਾ ਹੋ ਸਕਦੇ। ਮੇਰਾ ਹਰ ਪਲ ਜੋ ਸਮਾਂ ਹੈ ਸਿਰਫ ਗੁਰੂ ਦੇ ਲਈ ਹੈ। ਵਿਆਕਰਨਾਂ ਲਿਖ ਕੇ ਪੈਸੇ ਕਮਾਉਣ ਲਈ ਹੋਰ ਬਥੇਰੇ ਨੇ, ਪਰ ਮੇਰੇ ਜ਼ਿੰਮੇ ਉਹ ਕੰਮ ਨਹੀਂ। ਇੱਕ ਜ਼ਿਕਰ ਜ਼ਰੂਰ ਮੈਂ ਉਹਨਾਂ ਬਾਰੇ ਹੋਰ ਕਰਨਾ ਚਾਹਾਂਗੀ। ਸੰਨ 1910 ਦਾ ਅੱਧ ਉਦੋਂ ਲੰਘ ਚੁੱਕਿਆ ਸੀ। ਨਾਨਾ ਜੀ ਨੂੰ ਨੌਕਰੀ ਦਾ ਆਇਆ, ਉੱਥੇ ਉਹਨਾਂ ਨੂੰ ਸੱਦਾ ਕਿ ਡਾਕਖਾਨੇ ਵਿੱਚ ਮਹਿਕਮੇ 'ਚ ਇੱਕ ਨੌਕਰੀ ਆਉਂਦੀ ਹੈ ਤੇ ਆ ਜਾਓ, ਇਮਤਿਹਾਨ ਦੇ ਕੇ ਤੁਹਾਨੂੰ ਮਿਲ ਜਾਏਗੀ। ਸਿਆਲਕੋਟ ਜਿੱਥੇ ਜਾਣਾ ਸੀ ਉਹਨਾਂ ਨੇ 40 ਮੀਲ ਦੂਰ ਸੀ ਉਹਨਾਂ ਦੇ ਪਿੰਡ ਵਿੱਚ।
ਉੱਥੋਂ ਤੁਰਨ ਲੱਗੇ ਤੇ ਉਹਨਾਂ ਨੂੰ ਪਤਾ ਸੀ ਕਿ ਨਾ ਪੈਸਾ ਨਾ ਧੇਲਾ, ਕੱਖ ਨਹੀਂ ਕੋਲ ਜੇਬ ਵਿੱਚ, ਤੇ ਸਾਰਾ 40 ਮੀਲ ਪੈਂਡਾ ਤੁਰ ਕੇ ਹੀ ਜਾਣਾ। ਉੱਥੇ ਡਾਕਖਾਨੇ 'ਚ ਕੰਮ ਵੀ ਸਿੱਖਣਾ ਸੀ ਤੇ ਰੋਟੀ ਵੀ ਖਾਣੀ ਸੀ। ਸੋ ਉਹਨਾਂ ਨੂੰ ਚੇਤੇ ਆਇਆ ਵੀ ਭਾਈ ਬਿਲਕੁਲ ਖਾਲੀ ਹੱਥ ਤੇ ਨਹੀਂ ਸਰਨਾ, ਕੁਝ ਆਨਾ ਧੇਲਾ ਤੇ ਨਾਲ ਖੜਨਾ ਪਏਗਾ। ਉਹਨਾਂ ਦੇ ਛੋਟੇ ਵੀਰ ਦੁਕਾਨ ਕਰਦੇ ਸਨ, ਪਰ ਹੱਟੀ ਵਿੱਚ ਕੁਝ ਵੀ ਨਕਦ ਨਹੀਂ ਸੀ। ਜਿੰਨੇ ਕੁ ਨੇੜੇ ਤੇੜੇ ਦੇ ਕੁਝ ਸੌਖੇ ਘਰਾਂ ਵਾਲੇ ਸਨ, ਉਹਨਾਂ ਕੋਲੋਂ ਹੱਥ ਅੱਡਿਆ ਕਿ ਕੁਝ ਆਨਾ ਧੇਲਾ ਜੇ ਮਿਲ ਜਾਏ ਤਾਂ ਫਿਰ ਲਾ ਦਿਆਂਗੇ, ਪਰ ਹਰ ਇੱਕ ਜਣਾ ਇਨਕਾਰ ਕਰ ਗਿਆ। ਅੱਤ ਦੀ ਗਰੀਬੀ ਸੀ, ਕਰਜ਼ਈ ਸੀ। ਉਹਨਾਂ ਨੂੰ ਲੱਗਿਆ ਕਿ ਇਹਨਾਂ ਨੇ ਆਨਾ ਵੀ ਨਹੀਂ ਮੋੜਨਾ, ਕਿ ਛੱਡੋ ਇਹ ਵੀ ਕਿਉਂ ਦੇਣਾ। ਤੇ ਜਿਸ ਔਰਤ ਨੇ ਉਧਾਰ ਦਿੱਤਾ, ਜਿਨ੍ਹਾਂ ਕੋਲੋਂ ਉਹਨਾਂ ਨੇ ਮੰਗਿਆ, ਉਹ ਸੀ ਉਹਨਾਂ ਦੇ ਘਰ ਜੋ ਕੂੜਾ ਚੁੱਕਣ ਆਉਂਦੀ ਸੀ ਜਨਾਨੀ। ਉਸਦਾ ਨਾਮ ਸੀ ਬੀਬੀ ਭਾਨੀ। 2 ਰੁਪਏ ਉਸਨੇ ਲਿਆ ਕੇ ਉਹਨਾਂ ਨੂੰ ਦਿੱਤੇ ਤੇ ਉਹ 200 ਕਰਕੇ ਉਹਨਾਂ ਨੇ ਮੋੜੇ। ਪਰ ਕਮਾਲ ਦੀ ਗੱਲ ਇਹ ਹੈ ਕਿ ਉਹ ਉਸ ਤੋਂ ਬਾਅਦ ਸਾਡੇ ਨਾਲ ਮੇਜ਼ ਤੇ ਬਹਿ ਕੇ ਰੋਟੀ ਵੀ ਖਾਂਦੀ ਰਹੀ ਤੇ ਉਹਦੇ ਪੁੱਤਰ ਪੋਤਰੇ ਹੁਣ ਤੱਕ ਸਾਡੇ ਨਾਲ ਇੰਜ ਵਿਚਰਦੇ ਨੇ ਜਿਵੇਂ ਸਾਡੇ ਰਿਸ਼ਤੇਦਾਰ ਹੋਣ। ਨਾਨਾ ਜੀ ਲਿਖਦੇ ਨੇ ਕਿ ਮੈਂ ਜਦੋਂ ਤੁਰਿਆ ਸੀ ਨਾ, ਮੇਰੀ ਜੁੱਤੀ ਟੁੱਟੀ ਹੋਈ ਸੀ। ਨਵੀਂ ਬਣਵਾਈ ਕਿ ਦੂਰ ਬਹੁਤ ਜਾਣਾ, 40 ਮੀਲ ਤੁਰਨਾ, ਜੁੱਤੀ ਤੇ ਚਾਹੀਦੀ ਹੈ। ਘਰੋਂ ਤੁਰ ਪਏ, ਕੁਝ ਮੀਲ ਤੁਰੇ ਤੇ ਪੈਰੀਂ ਛਾਲੇ ਪੈ ਗਏ। ਜੁੱਤੀ ਨਵੀਂ ਸੀ। ਲਾ ਕੇ ਕਹਿੰਦੇ ਜੀ ਮੈਂ ਪੱਲੇ ਬੰਨ੍ਹ ਲਈ ਤੇ ਫਿਰ ਪੁਰਾਣੀ ਵਾਲੀ ਪਾ ਲਈ। ਪਹਿਲਾਂ ਅੱਗੇ ਅੰਗੂਠੇ ਕੋਲ ਛਾਲੇ ਸੀ, ਫਿਰ ਅੱਡੀ ਤੇ ਵੀ ਛਾਲੇ ਪੈ ਗਏ, ਉਹ ਵੀ ਲਾ ਲਈ। ਫਿਰ ਨੰਗੇ ਪੈਰੀਂ ਤੁਰਿਆ, ਕੜਾਕੇ ਦੀ ਧੁੱਪ ਸੀ। ਛਾਲੇ ਪੀੜ ਕਰਨ ਤੁਰਿਆ ਜਾਵੇ ਨਾ, ਪੈਂਡਾ ਹਾਲੇ ਵੀ 2.5 ਮੀਲ ਰਹਿੰਦਾ ਸੀ। ਤੇ ਉਹਨਾਂ ਲਿਖਿਆ ਕਿ ਮੈਂ ਬਹੁਤ ਰੋ ਰੋ ਕੇ ਉਹ ਪੈਂਡਾ ਮੁਕਾਇਆ ਤੇ ਉਸ ਦਿਨ ਮੈਨੂੰ ਸਮਝ ਆਈ ਕਿ ਅਸੀਂ ਵਾਕਈ ਗਰੀਬ ਹਾਂ। ਉਸੇ ਦਿਨ ਕਹਿੰਦੇ ਮੈਨੂੰ ਪਤਾ ਲੱਗਿਆ ਕਿ ਕਿਵੇਂ ਗਰੀਬ ਕੱਖਾਂ ਵਾਂਗ ਰੁਲਦੇ ਨੇ। ਤੇ ਇੱਕ ਵਾਰ ਕਿਸੇ ਨੇ ਨਾਨਾ ਜੀ ਨੂੰ ਪੁੱਛਿਆ ਕਿ ਤੁਸੀਂ ਆਪਣੇ ਕਿਸੇ ਬੱਚੇ ਨੂੰ ਇਸ ਪਾਸੇ ਕਿਉਂ ਨਹੀਂ ਲਾਇਆ ਕਿ ਉਹ ਵੀ ਜਿਵੇਂ ਤੁਸੀਂ ਲਿਖਦੇ ਸੋ ਇਸੇ ਪਾਸੇ ਸਟੀਕ ਵਾਲੇ ਜਾਂ ਗੁਰਬਾਣੀ ਵਾਲੇ ਪਾਸੇ ਜੁੜ ਜਾਂਦੇ। ਤਾਂ ਕਹਿਣ ਲੱਗੇ ਰੱਬ ਆਪਣੀ ਚੋਣ ਆਪ ਕਰਦਾ, ਜਿਹੜਾ ਕੰਮ ਉਹਨੇ ਕਿਸ ਤੋਂ ਕਰਵਾਉਣਾ ਉਹਨੂੰ ਪਤਾ ਹੁੰਦਾ। ਮੇਰੇ ਜਿੰਮੇ ਜੋ ਕੰਮ ਲਾਇਆ ਮੈਂ ਆਖਰੀ ਸਾਹ ਤੱਕ ਇਹਨੂੰ ਨਿਭਾਵਾਂਗਾ, ਪਰ ਅੱਗੋਂ ਦੀ ਜ਼ਿੰਮੇਵਾਰੀ ਜੇ ਮੇਰੇ ਬੱਚਿਆਂ 'ਚੋਂ ਕਿਸੇ ਦੀ ਲੱਗੀ ਹੋਈ ਤਾਂ ਉਹ ਲਏਗਾ, ਨਹੀਂ ਤਾਂ ਇਹ ਪੰਥ ਦਾ ਸਰਮਾਇਆ ਜੋ ਸਾਂਭ ਕੇ ਅੱਗੇ ਪਹੁੰਚਦਾ ਕਰਨਾ ਹੈ, ਉਹਦੇ ਲਈ ਜੇ ਮੇਰੇ ਬੱਚਿਆਂ 'ਚੋਂ ਨਾ ਵੀ ਹੋਇਆ ਤਾਂ ਵਾਹਿਗੁਰੂ ਆਪ ਕਿਸੇ ਨਾ ਕਿਸੇ ਦੇ ਲੇਖੇ ਜਿੰਮਾ ਜ਼ਰੂਰ ਲਾਏਗਾ, ਕਿਉਂਕਿ ਇਹ ਕੰਮ ਹੋਇਆ ਹੀ ਉਹਦੀ ਰਜ਼ਾ ਨਾਲ ਹੈ। ਸੋ ਇਹ ਅੱਗੇ ਤਾਂ ਜ਼ਰੂਰ ਕਿਸੇ ਨਾ ਕਿਸੇ ਤਰੀਕੇ ਪਹੁੰਚੇਗਾ ਹੀ ਪਹੁੰਚੇਗਾ। ਇੱਕ ਇਤਿਹਾਸਿਕ ਗੱਲ ਦਾ ਮੈਂ ਜ਼ਿਕਰ ਕਰਦਿਆਂ ਜਿਹੜੀ ਸ਼ਾਇਦ ਕਿਤੇ ਵੀ ਤੁਹਾਨੂੰ ਬਾਅਦ ਵਿੱਚ ਨਾ ਵੇਖਣ ਨੂੰ ਮਿਲੇ ਜਾਂ ਲਿਖਣ ਨੂੰ ਮਿਲੇ, ਕਿ ਸਿਬਤੁਲ ਹਸਨ ਜ਼ੈਗਮ ਜੀ ਲਾਹੌਰ ਵਿੱਚ ਸਨ, ਕਾਫੀ ਮਸ਼ਹੂਰ ਉੱਥੋਂ ਦੇ ਲੇਖਕ ਨੇ। ਉਹਨਾਂ ਨੇ ਲਿਖੀ ਹੈ ਆਪਣੀ ਜੀਵਨੀ ਵਿੱਚ ਇਹ ਗੱਲ ਕਿ ਚੜ੍ਹਦੇ ਪੰਜਾਬ ਵਿੱਚ ਪੰਜਾਬੀ ਜ਼ਬਾਨ ਦੀਆਂ ਨੀਹਾਂ ਉਸਾਰਨ ਵਾਲੇ ਸਨ ਪ੍ਰੋਫੈਸਰ ਪ੍ਰੀਤਮ ਸਿੰਘ। ਤੇ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਨੇ ਨਵੀਆਂ ਪੈੜਾਂ ਬਣਾਈਆਂ ਤੇ ਨਵੇਂ ਪੂਰਨੇ ਘੱਤੇ ਨੇ। ਪਰ 1973 ਦਾ ਗੁਰਪੁਰਬ ਜੋ ਯਾਦ ਰੱਖਣ ਵਾਲੀ ਗੱਲ ਹੈ ਕਿ ਦੋਵਾਂ ਪੰਜਾਬਾਂ ਦੇ ਇਤਿਹਾਸ ਵਿੱਚ ਇੱਕ ਅਹਿਮੀਅਤ ਦੀ ਵਜ੍ਹਾ ਨਾਲ ਹਮੇਸ਼ਾ ਯਾਦ ਰੱਖਿਆ ਜਾਏਗਾ, ਕਿਉਂਕਿ ਉਸ ਵਿੱਚ ਪ੍ਰੋਫੈਸਰ ਪ੍ਰੀਤਮ ਸਿੰਘ ਕੁਝ ਅਜਿਹੇ ਫੈਸਲੇ ਕਰਾਉਣ ਵਿੱਚ ਸਫਲ ਹੋ ਗਏ ਜਿਨੇ ਦੋਵਾਂ ਪੰਜਾਬਾਂ ਦਾ ਇਤਿਹਾਸ ਬਦਲ ਦਿੱਤਾ ਸੀ। ਚੇਤੇ ਰਹੇ ਕਿ ਉਸ ਤੋਂ ਪਹਿਲਾਂ ਸਿੱਖ ਸੰਗਤਾਂ ਨਵੰਬਰ ਵਿੱਚ ਨਨਕਾਣਾ ਸਾਹਿਬ, ਅਪ੍ਰੈਲ ਵਿੱਚ ਪੰਜਾ ਸਾਹਿਬ ਤੇ ਮਈ ਵਿੱਚ ਡੇਰਾ ਸਾਹਿਬ ਲਾਹੌਰ ਤੇ ਜੂਨ ਵਿੱਚ ਮਹਾਰਾਜਾ ਜੀ ਦੀ ਬਰਸੀ ਤੇ ਲਾਹੌਰ ਅੱਪੜਦੀਆਂ ਹੁੰਦੀਆਂ ਸਨ, ਜਿੱਥੇ ਮੇਲਾ ਹੁੰਦਾ ਸੀ ਤੇ 10 ਦਿਨ ਇੱਕੋ ਹੀ ਥਾਂ ਤੇ ਰਹਿਣਾ ਪੈਂਦਾ ਸੀ। ਪਰ 1973 ਵਿੱਚ ਕੁਝ ਅਜੀਬ ਕਿਸਮ ਦਾ ਤਣਾਅ ਸੀ ਤੇ ਜਨਮ ਸਥਾਨ ਦੀ ਥਾਂ ਤੇ ਅੰਤਲੇ ਦਿਨ ਫੈਡਰਲ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਸੀ ਆਇਆ। ਉੱਥੇ ਦਿੱਤੇ ਲੈਕਚਰ ਵਿੱਚ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਪੁਰਜ਼ੋਰ ਮੰਗ ਕੀਤੀ ਸੀ ਕਿ ਇੱਥੋਂ ਜੱਥਾ ਜ਼ਰੂਰ ਲਾਹੌਰ ਲਿਜਾਇਆ ਜਾਏ ਤੇ ਕਿਉਂਕਿ ਉਹ ਪੰਜਾਬੀਆਂ ਲਈ ਪਵਿੱਤਰ ਤੇ ਮੁਕੱਦਸ ਥਾਂ ਹੈ। ਇਹ ਮੰਗ ਉਸ ਦਿਨ ਉਹਨਾਂ ਦੇ ਪੂਰੇ ਜ਼ੋਰ ਨਾਲ ਕਹਿਣ ਤੇ ਸਵੀਕਾਰ ਵੀ ਹੋਈ ਤੇ ਉਸ ਇਤਿਹਾਸਕ ਫੈਸਲੇ ਤੇ ਜਿਹੜਾ ਭੰਗੜਾ ਪਿਆ ਉਹ ਰਿਕਾਰਡ ਵਿੱਚ ਉੱਥੇ ਪਿਆ ਕਿ ਉਹਨਾਂ ਦੁਬਾਰਾ ਕਦੇ ਵੇਖਣ ਨੂੰ ਨਹੀਂ ਮਿਲਿਆ। ਤੇ ਉਹ ਲਿਖਦੇ ਨੇ ਸਿਬਤੁਲ ਹਸਨ ਜ਼ੈਗਮ ਜੀ ਕਿ ਜੋ ਕੰਮ ਸਰਕਾਰਾਂ ਨਹੀਂ ਕਰ ਸਕੀਆਂ ਉਹ ਇਕੱਲੇ ਪ੍ਰੀਤਮ ਸਿੰਘ ਨੇ ਕਰ ਵਿਖਾਇਆ। ਤੇ ਉਸ ਤੋਂ ਬਾਅਦ ਹਮੇਸ਼ਾ ਜੱਥੇ ਨੂੰ ਸਾਰੀਆਂ ਥਾਵਾਂ ਤੇ ਇਕੱਠੇ ਲਿਜਾਇਆ ਲੱਗ ਪਿਆ। ਉਹਨਾਂ ਇਹ ਵੀ ਲਿਖਿਆ ਕਿ ਚੜ੍ਹਦੇ ਪੰਜਾਬ ਦੀ ਖੁਸ਼ਕਿਸਮਤੀ ਹੈ ਕਿ ਉਹਨਾਂ ਨੂੰ ਪ੍ਰੀਤਮ ਸਿੰਘ ਵਰਗਾ ਹੀਰਾ, ਆਲਮ, ਸੂਝਵਾਨ ਤੇ ਤਾਲੀਮ ਦਾ ਮਾਹਰ ਮਿਲਿਆ। ਸੋ ਇਹ ਤਾਂ ਕਿਸੇ ਹੋਰ ਵੱਲੋਂ ਲਿਖੇ ਮੇਰਾ ਮਕਸਦ ਸੀ ਜ਼ਰੂਰ ਤੁਹਾਨੂੰ ਦੱਸ ਦੇਣਾ ਕਿ ਸਿਰਫ ਮੈਂ ਹੀ ਜੇ ਦੱਸਦੀ ਰਹੀ ਤਾਂ ਤੁਹਾਨੂੰ ਲੱਗੇਗਾ ਕਿ ਆਪਣੇ ਮੂੰਹ ਮੀਆਂ ਮਿੱਠੂ ਬਣੀ ਜਾਂਦੀ ਹੈ, ਕਿ
ਜੇ ਜਸਵੰਤ ਸਿੰਘ ਕੰਵਲ ਜੀ ਨੇ ਵੀ ਉਹਨਾਂ ਬਾਰੇ ਲਿਖਿਆ ਸੀ ਕਿ ਪੰਜਾਬੀ ਜ਼ਬਾਨ ਲਈ ਉਹਨਾਂ ਦਾ ਠਾਠਾ ਮਾਰਦਾ ਪਿਆਰ ਅਤੇ ਸਹੀ ਪੱਖ ਵਾਸਤੇ ਉਹਨਾਂ ਦਾ ਗੁੱਸਾ ਤਪਣਾ ਤੇ ਜਲਾਲ ਵਿੱਚ ਆਉਣਾ ਸਮੁੱਚੀ ਪੰਜਾਬੀ ਜ਼ਬਾਨ ਨੂੰ ਸਥਾਈ ਕਰਨ ਵਿੱਚ ਸੁਹਿਰ ਹੋਇਆ ਹੈ। ਗੁਰਦਿਆਲ ਸਿੰਘ ਜੀ ਨੇ ਵੀ ਲਿਖਿਆ ਸੀ ਕਿ ਪ੍ਰੋਫੈਸਰ ਪ੍ਰੀਤਮ ਸਿੰਘ ਕਰੜੇ ਜੁੱਸੇ ਦਾ ਕੰਮ ਆਏ। ਪੰਜਾਬੀ ਜ਼ਬਾਨ ਉੱਤੇ ਕੋਈ ਸੱਟ ਮਾਰਦਾ ਹੈ ਤਾਂ ਫਨੀਅਰ ਸੱਪ ਵਾਂਗ ਛਜਲੀ ਫੈਲਾ ਕੇ ਭਿਆਨਕ ਰੂਪ ਧਾਰਨ ਕਰ ਦਿੰਦਾ ਹੈ। ਉਹ ਦੁਨਿਆਵੀ ਅਰਥਾਂ ਵਿੱਚ ਬਹੁਤ ਬੇਲਿਹਾਜ਼ ਹੈ। ਉਸਨੂੰ ਆਪਣੇ ਕੰਮ ਤੋਂ ਬਿਨਾਂ ਹੋਰ ਕਿਸੇ ਦਾ ਲਿਹਾਜ਼ ਨਹੀਂ। ਪਿਓ ਨਾਲ ਤਾਂ ਕਿ ਇਕਲੌਤੇ ਪੁੱਤਰ ਜੈਰੂਪ ਦੀ ਵੀ ਅੱਜ ਤੱਕ ਉਸਨੇ ਨਾਜਾਇਜ਼ ਮਦਦ ਕਦੇ ਵੀ ਨਹੀਂ ਕੀਤੀ। ਇੱਕ ਹੋਰ ਬੜੀ ਕਮਾਲ ਦੀ ਗੱਲ ਚੇਤੇ ਆ ਰਹੀ ਹੈ। ਜੇ ਬਹੁਤ ਜ਼ਿਆਦਾ ਥੱਕ ਨਹੀਂ ਗਏ ਤਾਂ ਇਹ ਗੱਲ ਸ਼ਾਇਦ ਜੀਵਨ ਜਾਂਚ ਵਿੱਚ ਵੀ ਤੁਹਾਡੇ ਕੰਮ ਆ ਜਾਏ। 11 ਜਨਵਰੀ 2008 ਦੀ ਗੱਲ ਹੈ। ਉਹਨਾਂ ਦਾ ਜਨਮ ਦਿਨ ਸੀ ਅਤੇ ਉਸ ਦਿਨ ਉਹ 90 ਸਾਲ ਦੇ ਹੋਏ ਸਨ। ਅਤੇ ਆਮ ਤੌਰ 'ਤੇ ਅਸੀਂ ਜਿਵੇਂ ਜਾ ਕੇ ਸਵੇਰੇ ਸਵੇਰੇ ਮੁਬਾਰਕਬਾਦ ਦੇਣੀ ਅਤੇ ਉਸ ਦਿਨ ਕਹਿਣ ਲੱਗੇ ਕਿ ਤੂੰ ਨਾ ਅੰਦਰੋਂ ਸੂਟ ਚੁੱਕ ਲਿਆ, ਸਾਰੀਆਂ ਧੀਆਂ ਨੂੰ ਵੰਡਣੇ ਨੇ ਅਤੇ ਪੈਕ ਕਰਕੇ ਸਭ ਨੂੰ ਦੇ ਆ। ਅਤੇ ਉਹਨਾਂ ਧੀਆਂ ਵਿੱਚ ਮੇਰੀ ਭਾਬੀ ਵੀ ਹੁੰਦੀ ਸੀ, ਹੋਰ ਵੀ ਦਲੀਪ ਕੌਰ ਟਿਵਾਣਾ ਅਤੇ ਮੇਰੇ ਹੋਰ ਵੀ ਰਿਸ਼ਤੇਦਾਰਾਂ ਦੀਆਂ ਸਾਰੀਆਂ ਧੀਆਂ ਨੂੰ ਦਿੰਦੇ ਹੁੰਦੇ ਸਨ। ਭਾਵੇਂ ਫਿਰ ਵੀ ਮੈਂ ਹਰ ਵਾਰ ਕਹਿਣਾ ਕਿ ਇਹ ਤੁਸੀਂ ਥੋੜ੍ਹਾ ਦੇਣਾ ਹੁੰਦਾ, ਅਸੀਂ ਤੁਹਾਨੂੰ ਦੇਣਾ ਹੁੰਦਾ। ਹਾਲਾਂ ਮੈਨੂੰ ਪਤਾ ਸੀ ਵੀ ਸਾਰੀ ਜ਼ਿੰਦਗੀ ਉਹ ਦਿੰਦੇ ਹੀ ਰਹੇ ਨੇ ਆਪਣੇ ਜਨਮ ਦਿਨ 'ਤੇ। ਅਤੇ ਕਹਿਣ ਲੱਗੇ ਜਲਦੀ ਪੈਕ ਕਰਕੇ ਲਿਆ। ਅਤੇ ਮੈਂ ਕਿਹਾ ਜੀ ਅੱਜ ਨਹੀਂ ਲੈਣਾ, ਪਹਿਲਾਂ ਤੁਸੀਂ ਮੇਰੇ ਤੋਂ ਇੱਕ ਤੋਹਫਾ ਕਬੂਲ ਕਰੋ। ਉਹ ਕਹਿਣ ਲੱਗੇ ਹਾਂ ਅੱਜ ਤੇਰੇ ਕੋਲੋਂ ਮੈਂ ਤੋਹਫਾ ਲਵਾਂਗਾ ਇੱਕ ਪ੍ਰਾਣ ਦੇ ਰੂਪ ਵਿੱਚ। ਮੈਂ ਨਦੀ ਕਿਨਾਰੇ ਰੁਕਣਾ, ਕੱਪੜੇ ਭਾਂਡੇ ਮੈਨੂੰ ਚਾਹੀਦੇ ਨਹੀਂ, ਖਾਣਾ ਮੈਂ ਥੋੜ੍ਹਾ ਖਾਣਾ ਹੁੰਦਾ, ਪਰ ਅੱਜ ਇੱਕ ਪ੍ਰਾਣ ਕਰ। ਮੈਂ ਕਿਹਾ ਜੀ ਇਹ ਤਾਂ ਸੌਖੇ ਛੁਟਕਾਰਾ ਹੋ ਗਿਆ, ਦੱਸੋ ਕੀ ਪ੍ਰਾਣ ਚਾਹੀਦਾ। ਕਹਿੰਦੇ ਅੰਦਰੋਂ ਨਾ 2 ਕੱਪ ਫੜ ਲਿਆ, ਰਸੋਈ ਵਿੱਚ ਰੱਖੇ ਨੇ। ਸੋ ਉਹ ਕੱਪ ਮੈਂ ਚੁੱਕ ਕੇ ਲਿਆਈ ਤਾਂ ਧਿਆਨ ਕੀਤਾ ਉਹਦੇ ਕੱਪ ਦੇ ਹੈਂਡਲ ਟੁੱਟੇ ਹੋਏ ਸਨ ਪਰ ਜੋੜੇ ਹੋਏ। ਅਤੇ ਮੈਂ ਕਿਹਾ ਜੀ ਨਵੇਂ ਲੈ ਲੈਂਦੇ, ਪੁਰਾਣੇ ਕੱਪ ਨੇ। ਕਹਿੰਦੇ ਨਹੀਂ ਇਹਨਾਂ 'ਚ ਦੱਸ ਮੈਨੂੰ ਕੀ ਫਰਕ ਦਿਸਦਾ ਦੋਨਾਂ ਕੱਪਾਂ ਵਿੱਚ। ਮੈਂ ਚੁੱਕਿਆ ਅਤੇ ਮੈਂ ਕਿਹਾ ਜੀ ਇੱਕ 'ਚ ਜੋੜ ਬਹੁਤ ਸਾਫ਼ ਦਿਸਦਾ ਪਿਆ ਅਤੇ ਇੱਕ 'ਚ ਨਹੀਂ ਸਾਫ਼ ਦਿਸਦਾ ਪਿਆ, ਉਹ ਜੋੜ 'ਚ ਬੜੀ ਚੰਗੀ ਤਰ੍ਹਾਂ ਜੁੜਿਆ ਹੋਇਆ। ਕਹਿਣ ਲੱਗੇ ਇਹ ਦਰਅਸਲ ਦਿਖਾਣਾ ਹੈ ਇਹ ਤਰੇੜ ਰਿਸ਼ਤਿਆਂ ਵਿੱਚ ਕਿਵੇਂ ਅਸਰ ਪਾਉਂਦੀ ਹੈ ਕਿ ਜੇ ਇੱਕਦਮ ਲੜਾਈ ਹੋਣ ਤੋਂ ਬਾਅਦ ਰਿਸ਼ਤੇ ਨੂੰ ਜੋੜ ਲਿਆ ਜਾਏ ਤਾਂ ਤਰੇੜ ਬਹੁਤ ਘੱਟ ਦਿਸਦੀ ਹੈ, ਪਰ ਜੇ ਸਮਾਂ ਟਪਾ ਦਿੱਤਾ ਜਾਏ ਤਾਂ ਮੈਲ ਜੰਮ ਜਾਂਦੀ ਹੈ, ਉਹ ਤਰੇੜ ਜ਼ਿੰਦਗੀ ਭਰ ਦਿਸਦੀ ਰਹਿ ਜਾਂਦੀ ਹੈ। ਸੋ ਇਹੀ ਚੀਜ਼ ਹੁੰਦਾ ਹੈ ਜ਼ਬਾਨ ਦੇ ਨਾਲ। ਸੋ ਅੱਜ ਪ੍ਰਣ ਲੈਣਾ ਹੈ ਕਿ ਤੂੰ ਆਖਰੀ ਸਾਹ ਤੱਕ ਇਸ ਜ਼ਬਾਨ ਨਾਲ ਜੁੜੀ ਜਾਈਂ, ਤੇ ਕਿਉਂਕਿ ਜੇ ਇਹ ਤਰੇੜ ਤੂੰ ਦੂਰ ਤੱਕ ਪਾ ਦਿੱਤੀ ਤੇ ਦੁਬਾਰਾ ਇਹ ਜੋੜ ਨਹੀਂ ਤੂੰ ਲਾ ਸਕਣਾ। ਖੈਰ ਇਹ ਚੀਜ਼ਾਂ ਜਾਂ ਗੱਲਾਂ ਤਾਂ ਬਹੁਤ ਜ਼ਿਆਦਾ ਨੇ, ਪਰ ਇੱਕ ਵਾਰ ਦੀ ਮੈਂ ਨਿੱਕੀ ਜਿਹੀ ਹੋਰ ਜ਼ਿਕਰ ਕਰ ਦਿਆਂ ਕਿ ਆਮ ਸਾਡਾ ਦਿਲ ਕਰਦਾ ਹੈ ਜਦੋਂ ਕੋਈ ਪੋਤਰੇ ਦੋਤਰੇ ਪਹਿਲੀ ਕਮਾਈ ਕਰ ਲਿਆਉਣ ਅਤੇ ਨਾਨੇ ਨੂੰ ਵੀ ਕੁਝ ਦੇ ਦੇਣ। ਸੋ ਮੇਰੀ ਭੈਣ ਦਾ ਬੇਟਾ ਵੀ ਇਸੇ ਤਰ੍ਹਾਂ ਮਰਚੈਂਟ ਨੇਵੀ 'ਚ ਸਿਲੈਕਟ ਹੋਇਆ ਅਤੇ ਕਹਿੰਦਾ ਜੀ ਮੈਂ ਪਹਿਲੀ ਤਨਖਾਹ ਆਪਣੇ ਨਾਨੇ ਨੂੰ ਦੇਣ ਆਉਣੀ ਹੈ, ਅਤੇ ਇਹਨਾਂ ਨੇ ਨਾਂਹ ਕਰ ਦਿੱਤੀ ਕਿ ਮੇਰੇ ਤੋਂ ਵੱਧ ਸੰਤੋਖ ਸਿੰਘ ਧੀਰ ਇਸ ਵੇਲੇ ਉਹਨੂੰ ਲੋੜ ਹੈ, ਬਿਮਾਰ ਹੈ ਅਤੇ ਉਹਨੇ ਦਵਾਈਆਂ ਲਿਆਉਣੀਆਂ ਅਤੇ ਤੂੰ ਉਹਨੂੰ ਜਾ ਕੇ ਦੇ ਆ। ਸੋ ਉਹ ਲੋੜਵੰਦਾਂ ਦੀ ਮੇਰਾ ਮਤਲਬ ਇੰਨੀ ਕੁ ਚਿੰਤਾ ਕਰਦੇ ਸਨ ਕਿ ਜਿਹੜਾ ਵੀ ਕੋਈ ਦਰ 'ਤੇ ਆਇਆ ਹੋਵੇ ਉਹਨੂੰ ਮੋੜਦੇ ਤਾਂ ਨਹੀਂ ਸਨ, ਪਰ ਉਂਝ ਵੀ ਦਿਮਾਗ 'ਚ ਰੱਖਦੇ ਸਨ ਕਿ ਜਿਹੜਾ ਵੀ ਕੋਈ ਹੋਰ ਲੋੜਵੰਦ ਹੈ ਉਹਨੂੰ ਵੀ ਮੈਂ ਕਿਸੇ ਤਰੀਕੇ ਪਹੁੰਚਾ ਦਿਆਂ। ਅਤੇ ਮੈਨੂੰ ਇਸ ਦੀ ਇੱਕ ਵਾਰ ਬੜੀ ਖਿੱਚ ਚੜ੍ਹੀ ਸੀ ਕਿ ਜਦੋਂ ਇੱਕ ਲੋੜਵੰਦ ਵਿਦਿਆਰਥੀ ਆਇਆ, ਆਪਣੇ ਜੇਬ 'ਚ ਹੱਥ ਪਾਇਆ ਅਤੇ ਕੁਝ ਨਹੀਂ ਬਚਿਆ, ਅਤੇ ਮੇਰੇ ਗੱਲੇ ਵਿੱਚ ਕੋਈ 10-5 ਪੈਸੇ ਇਕੱਠੇ ਕਰਕੇ ਕਾਫੀ ਢੇਰ ਇਕੱਠਾ ਹੋਇਆ ਸੀ, ਉਹ ਵੀ ਤੋੜ ਕੇ ਉਹਨੂੰ ਫੜਾ ਦਿੱਤਾ ਕਿ ਚੱਲ ਇਸੇ 'ਚੋਂ ਹੀ ਤੂੰ ਲੈ ਜਾ। ਅਤੇ ਉਹ ਬਾਅਦ ਵਿੱਚ ਉਸ ਵਿਦਿਆਰਥੀ ਨੇ ਲਿਖਿਆ ਵੀ ਕਿ ਮੈਂ ਹਰਸ਼ ਦਾ ਵੀ ਸ਼ੁਕਰਗੁਜ਼ਾਰ ਹਾਂ ਕਿ ਉਹਦੇ ਗੱਲੇ ਨਾਲ ਹੀ ਮੇਰੀ ਫੀਸ ਭਰ ਦਿੱਤੀ ਗਈ। ਖੈਰ ਜੋ ਬਾਅਦ ਵਿੱਚ ਸ਼ਾਇਦ ਇਹ ਗੱਲਾਂ ਤੇ ਤੁਸੀਂ ਪੜ੍ਹ ਵੀ ਲਈਆਂ ਹੋਣਗੀਆਂ, ਪਰ ਜਿਹੜੀ ਗੱਲ ਮੈਂ ਦੱਸਦਿਆਂ ਕਿ ਅਜੇ ਤੱਕ ਨਹੀਂ ਹੋ ਸਕੀ ਜੋ ਉਹਨਾਂ ਨਾਲ ਧੱਕਾ ਹੋਇਆ, ਉਹਦਾ ਜ਼ਿਕਰ ਜ਼ਰੂਰ ਕਰਦਿਆਂ ਕਿ ਪਾਪਾ ਜੀ ਦੀ ਸਪਸ਼ਟਤਾ ਤੇ ਸਰਕਾਰ ਵੱਲੋਂ ਜ਼ਬਾਨ ਪ੍ਰਤੀ ਲਏ ਗਲਤ ਫੈਸਲੇ ਵਿੱਚ ਸਿੱਧੇ ਟੋਕਾ ਟਕਾਈ ਵਾਸਤੇ ਜਿੱਥੇ ਕਿੰਨੀ ਵਾਰ ਉਹਨਾਂ ਨੂੰ ਸਨਮਾਨ ਅਨਾਊਂਸ ਵੀ ਕੀਤੇ ਗਏ, ਉੱਥੇ ਕਿਸੇ ਈਰਖਾਲੂ ਵੱਲੋਂ ਭਾਨੀ ਮਾਰਨ ਉੱਤੇ ਉਹਨਾਂ ਨੂੰ ਡੀ.ਲਿਟ ਦੀ ਡਿਗਰੀ ਦਾ ਐਲਾਨ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵੱਲੋਂ ਦਿੱਤਾ ਨਹੀਂ ਗਿਆ, ਬਲਕਿ ਫਿਰ ਬਾਅਦ ਵਿੱਚ ਪੰਜਾਬ ਯੂਨੀਵਰਸਿਟੀ ਜੋ ਭਾਰਤ ਸਰਕਾਰ ਹੇਠ ਸੀ ਉਹਨਾਂ ਤੋਂ ਉਹਨਾਂ ਨੂੰ ਉਹ ਡੀ.ਲਿਟ ਦੀ ਡਿਗਰੀ ਮਿਲੀ ਅਤੇ ਫਿਰ ਰਾਸ਼ਟਰਪਤੀ ਅਵਾਰਡ ਵੀ। ਇਸੇ ਤਰ੍ਹਾਂ ਨਾਨਾ ਜੀ ਦਾ ਸਾਰੀ ਉਮਰ ਦਾ ਕੀਤੀ ਮਿਹਨਤ ਸਦਕਾ ਤਿਆਰ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਜੋ ਪੰਥ ਦੀ ਅਮਾਨਤ ਸੀ, ਉਸਨੂੰ ਵੀ ਕਿਸੇ ਸੱਜਣ ਦੀ ਈਰਖਾ ਸਦਕਾ ਪੰਥ ਦੀ ਸ਼੍ਰੋਮਣੀ ਜਥੇਬੰਦੀ ਨੇ ਛਾਪਣ ਤੋਂ ਨਾਂਹ ਕਰ ਦਿੱਤੀ ਅਤੇ ਰਾਜ ਪਬਲਿਸ਼ਰਸ ਜਲੰਧਰ ਨੇ ਇਹ ਟੀਕਾ ਛਾਪਿਆ ਸੀ।
ਨਾਨਾ ਜੀ ਦੀ ਮੌਤ ਤੋਂ ਬਾਅਦ ਸ਼ਰਧਾਂਜਲੀਆਂ ਹੋਈਆਂ ਜਦੋਂ ਭਾਈ ਵੀਰ ਸਿੰਘ ਹਾਲ ਵਿੱਚ, ਉਦੋਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪ੍ਰੋਫੈਸਰ ਸਾਹਿਬ ਸਿੰਘ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਰੱਖਣ ਦਾ ਮਤਾ ਪਾਸ ਹੋ ਗਿਆ। ਪਰ ਅਫਸੋਸ 29 ਅਕਤੂਬਰ 1977 ਯਾਨੀ ਜਦੋਂ ਸੁਰਗਵਾਸ ਹੋਏ ਉਦੋਂ ਤਾਂ ਇਹ ਨਹੀਂ ਹੋਇਆ, ਪਰ 25 ਅਕਤੂਬਰ 2008 ਨੂੰ ਜਦੋਂ ਮੇਰੇ ਪਾਪਾ ਜੀ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਵੀ ਇਸ ਚਲੰਤ ਸਰਾਂ ਰੂਪੀ ਸੰਸਾਰ ਨੂੰ ਅਲਵਿਦਾ ਕਹਿ ਗਏ, ਉਦੋਂ ਤੱਕ ਵੀ ਨਹੀਂ ਹੋਇਆ। ਤੇ ਅੱਜ ਤੱਕ ਵੀ ਮੈਂ ਤਾਂ ਆਪਣੇ ਜਿਉਂਦੇ ਜੀ ਇਹ ਨਹੀਂ ਵੇਖ ਸਕੀ ਕਿ ਉਹ ਮੇਰਾ ਨਾਨਾ ਜੋ ਅਕਾਲੀ ਲਹਿਰ ਦੌਰਾਨ ਤੇ ਆਜ਼ਾਦੀ ਵੇਲੇ ਜੇਲ੍ਹਾਂ ਵੀ ਕੱਟ ਗਿਆ, ਪੂਰਾ ਜੀਵਨ ਸਮਰਪਿਤ ਕਰ ਗਿਆ, ਕਿ ਉਹਨੂੰ ਇੰਨੀ ਕੁ ਥਾਂ ਤੋਂ ਵੀ ਉਹ ਸਖਣੀ ਰਹਿ ਜਾਏਗਾ ਕਿ ਉੱਥੇ ਤਸਵੀਰ ਲਾਉਣ ਤੋਂ ਵੀ ਨਾ ਹੋ ਜਾਏਗੀ। ਕਾਰਨ ਕੀ ਸੀ ਕਿ ਨਾ ਸਰਕਾਰਾਂ ਅੱਗੇ ਗੋਡੇ ਟੇਕਣੇ ਨੇ ਤੇ ਸਵੈਮਾਨ ਨੂੰ ਕਾਇਮ ਰੱਖਣਾ ਤੇ ਕੌਮ ਲਈ ਅਣਥੱਕ ਮਿਹਨਤ ਕਰਨੀ ਹੈ। ਇਹੀ ਸਭ ਮਿਲਿਆ ਕਰਦਾ ਹੈ ਮੇਰਾ ਖਿਆਲ ਕਿ ਜਿਹੜਾ ਵੀ ਨੰਗੇ ਧੜ ਤੇ ਨੰਗੇ ਪੈਰ ਤੁਰਨ ਵਾਲੀ ਅਜਿਹੀ ਸ਼ਖਸੀਅਤ ਜੋ ਕੌਮ ਦਾ ਸਰਮਾਇਆ ਹੁੰਦੀ ਹੈ, ਉਹਦੇ ਨਾਲ ਕੀ ਵਾਪਰਦਾ ਹੈ ਇਹ ਤੁਸੀਂ ਦੇਖ ਲਓ। ਪਰ ਡੀ.ਲਿਟ ਦਾ ਸਨਮਾਨ ਫਿਰ ਵੀ ਦੋਵਾਂ ਨੂੰ ਮਿਲਿਆ, ਅੰਤਰਰਾਸ਼ਟਰੀ ਪ੍ਰਸਿੱਧੀ ਵੀ ਮਿਲੀ। ਦੋਵਾਂ ਦੀ ਕੋਈ ਯਾਦ ਕਾਇਮ ਕਰਨ ਦੀ ਮੇਰਾ ਖਿਆਲ ਸ਼ਾਇਦ ਲੋੜ ਨਾ ਹੋਏ, ਕਿਉਂਕਿ ਸਰਕਾਰਾਂ ਤਾਂ ਮੂੰਹ ਮੋੜਦੀਆਂ ਹੀ ਨਹੀਂ ਅਜਿਹੇ ਲੋਕਾਂ ਤੋਂ, ਸਿਰਫ ਚਮਚਾਗਿਰੀ ਕਰਨ ਵਾਲਿਆਂ ਨੂੰ ਹੀ ਚਮਕਾਉਂਦੀਆਂ ਨੇ। ਪਰ ਗੁਰਬਾਣੀ ਉੱਤੇ ਹੋਇਆ ਕੰਮ ਇਹ ਕਦੇ ਵੀ ਉਹਨਾਂ ਦਾ ਪੁਰਾਣਾ ਨਹੀਂ ਹੋ ਸਕਣਾ। ਜੇ ਕੋਈ ਸੰਸਥਾ ਪੰਥਕ ਰਿਣ ਚੁਕਾਉਣ ਦੇ ਖਿਆਲ ਨਾਲ ਕਿਸੇ ਖੋਜ ਸੰਸਥਾ, ਲਾਇਬ੍ਰੇਰੀ ਜਾਂ ਰਿਸਰਚ ਨਾਲ ਇਹਨਾਂ ਦਾ ਨਾਂ ਸੰਬੰਧਿਤ ਕਰ ਲਵੇ, ਤਾਂ ਜਿੱਥੇ ਇਹਨਾਂ ਦੇ ਕੀਤੇ ਕੰਮ ਭਵਿੱਖ ਦੇ ਨੌਜਵਾਨ ਖੋਜੀਆਂ ਲਈ ਪ੍ਰੇਰਨਾ ਸਰੋਤ ਬਣ ਕੇ ਚਾਨਣ ਮੁਨਾਰੇ ਦਾ ਕੰਮ ਦਿੰਦੇ ਰਹਿਣਗੇ, ਉੱਥੇ ਦੂਰ ਤਾਈਂ ਇਹ ਸੁਨੇਹਾ ਵੀ ਚਲਾ ਜਾਏਗਾ ਕਿ ਕੌਮ ਲਈ ਕੰਮ ਕਰਨ ਵਾਲਿਆਂ ਨੂੰ ਪੁਸ਼ਤ ਦਰ ਪੁਸ਼ਤ ਲੋਕ ਯਾਦ ਰੱਖਦੇ ਨੇ ਤੇ ਉਹ ਮਰਨ ਤੋਂ ਬਾਅਦ ਵੀ ਜ਼ਿੰਦਾ ਰਹਿੰਦੇ ਨੇ। ਯਾਨੀ ਦੇਸ਼ ਲਈ ਸਿਰਫ ਜਾਨ ਵਾਰਨੀ ਕੁਰਬਾਨੀ ਨਹੀਂ ਹੁੰਦੀ, ਬਲਕਿ ਪੰਥ ਦੇ ਲੇਖੇ ਹਰ ਸਾਹ ਦੇ ਨਾਲ ਜਿਹੜਾ ਲਾ ਦਿੰਦਾ ਹੈ ਉਹ ਵੀ ਕੁਰਬਾਨੀ ਗਿਣੀ ਜਾਣੀ ਚਾਹੀਦੀ। ਜਿੰਨੇ ਵੀ ਹੁਣ ਤੱਕ ਦੇ ਅਣਥੱਕ ਮਿਹਨਤ ਨਾਲ ਇਕੱਠੇ ਕੀਤੇ ਹੱਥ ਲਿਖਤ ਖਰੜੇ ਸਨ, ਜੋ ਮੇਰੇ ਪਾਪਾ ਜੀ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਨੇ ਇਕੱਠੇ ਕੀਤੇ, ਜਿਨ੍ਹਾਂ 'ਚ ਗੁਰੂ ਹਰਗੋਬਿੰਦ ਜੀ ਦੀ ਹੱਥ ਲਿਖਤ ਵੀ ਉਹਦੇ ਵਿੱਚ ਮੌਜੂਦ ਸੀ, ਉਹ ਇਸ ਸਮੇਂ ਸਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਦਿੱਤੇ ਜਾ ਚੁੱਕੇ ਨੇ। ਪਰ ਜਾਂਦੇ ਜਾਂਦੇ ਇੱਕ ਟੱਬਰ ਦੇ ਵਿੱਚ ਦੋ ਜੀਆਂ ਦਾ ਹੋਰ ਜ਼ਿਕਰ ਕਰਦਿਆਂ ਕਿ ਇੱਕ ਹੋਰ ਆਚਰਣ ਉਗੜਿਆ ਹੈ ਅੱਖਾਂ ਦੇ ਮਾਹਰ ਜੋ ਡਾਕਟਰ ਦਲਜੀਤ ਸਿੰਘ, ਜਿਹੜੇ ਆਪਣੇ ਪਿਓ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ 24 ਘੰਟੇ ਨਿਸ਼ਕਾਮ ਸੇਵਾ ਕਰਕੇ ਬਿਨਾਂ ਮੱਥੇ ਉੱਤੇ ਕਦੇ ਵੀ ਤਿਉੜੀ ਪਾਏ, ਕਦੇ ਵੀ ਖਰਵੀ ਸੁਰ ਕੱਢੇ ਬਗੈਰ ਅੱਜ ਕੱਲ੍ਹ ਦੇ ਜ਼ਮਾਨੇ ਦੇ ਸਰਵਣ ਪੁੱਤਰ ਬਣ ਕੇ ਉਭਰੇ। ਉੱਥੇ ਹੀ ਮੇਰਾ ਭਰਾ ਡਾਕਟਰ ਜੈਰੂਪ ਸਿੰਘ, ਜੋ ਜਿਸ ਦੀ ਵਿਦਵਤਾ ਦੇ ਝੰਡੇ ਹੋਰਨਾਂ ਮੁਲਕਾਂ ਵਿੱਚ ਵੀ ਅੰਤਰਰਾਸ਼ਟਰੀ ਸਨਮਾਨ ਵੀ ਮਿਲੇ, ਉਹ ਵੀ ਉੱਥੇ ਪਹੁੰਚੇ। ਇਹੋ ਜਿਹਾ ਹੀ ਸੀ ਮੇਰਾ ਕੁਝ ਟੱਬਰ, ਜਿੱਥੇ ਮੇਰੀ ਵਰਗੀ ਨਿਮਾਣੀ ਦਾ ਜਨਮ ਹੋਇਆ ਤੇ ਜੋ ਵੀ ਸਾਰਿਆਂ ਦੀ ਲੋਹ ਤੋਂ ਲੈ ਕੇ ਮੈਂ ਚਾਨਣ ਜੋ ਮੈਨੂੰ ਮਿਲਿਆ, ਮੈਂ ਜੋ ਹਾਂ ਉਹ ਮੈਂ ਬਣ ਸਕਿਆ। ਪਰ ਜਦੋਂ ਇੱਕ ਵਾਰ ਕਿਸੇ ਨੇ ਪੁੱਛਿਆ ਸੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਵਾਲੇ ਪਾਸੇ ਕਿਉਂ ਨਹੀਂ ਲਾਇਆ, ਤਾਂ ਪਾਪਾ ਜੀ ਹੱਸਦੇ ਹੋਏ ਕਹਿੰਦੇ ਸਨ, ਮੈਂ ਤੇ ਅਨਪੜ੍ਹ ਸੀ, ਮੈਨੂੰ ਨਹੀਂ ਸੀ ਸਮਝ ਕੇ ਪੰਜਾਬੀ ਵਾਲੇ ਪਾਸੇ ਮੈਂ ਬੱਚੇ ਲਾਵਾਂ, ਕਿਉਂਕਿ ਮੈਂ ਹਮੇਸ਼ਾ ਬੇਪਰਵਾਹ ਰਿਹਾ ਤੇ ਪ੍ਰੋਫੈਸਰੀਆਂ ਉਦੋਂ ਚੰਗੇਰਾਂ ਵਿੱਚ ਭਰ ਕੇ ਨਹੀਂ ਸੀ ਪਈਆਂ ਹੁੰਦੀਆਂ। ਜੇ ਮੈਂ ਕਾਹਲ ਕਰਦਾ ਛੇਤੀ ਛੇਤੀ ਕਿਤਾਬਾਂ ਦੇ ਸੈੱਟ ਮਾਰਕੀਟ ਵਿੱਚ ਸੁੱਟ ਦਿੰਦਾ, ਐਮਏ ਦੇ ਵਿਦਿਆਰਥੀ ਖਰੀਦਦੇ ਤੇ ਮੇਰੇ ਘਰ ਦਾ ਇੱਕ ਕਮਰਾ ਬਣ ਜਾਂਦਾ। ਪਰ ਮੈਨੂੰ ਇਹ ਲਾਲਚ ਨਹੀਂ ਸੀ ਮਨਜ਼ੂਰ, ਫਾਕੇ ਕੱਟਣੇ ਮਨਜ਼ੂਰ ਨੇ, ਪਰ ਮੈਂ ਸਿਰਫ ਪੈਦਾ ਕਰਨੇ ਨੇ ਬਹੁਤ ਸਾਰੇ ਹੋਰ ਬੋੜ। ਸਿਰਫ ਅੰਤ ਵਿੱਚ ਮੈਂ ਜ਼ਿਕਰ ਕਰਨਾ ਚਾਹਾਂਗੀ ਇਹਨਾਂ ਦੋਨਾਂ ਸ਼ਖਸੀਅਤਾਂ ਦੇ ਪਿੱਛੇ ਕੁਰਬਾਨੀ ਦੀ ਲਾਟ ਬਣ ਕੇ ਬਲਦੀਆਂ ਦੋ ਔਰਤਾਂ ਦਾ, ਮੇਰੀ ਨਾਨੀ ਤੇ ਮੇਰੀ ਮਾਂ। ਜੇ ਮੈਂ ਜ਼ਿਕਰ ਨਾ ਕੀਤਾ ਤਾਂ ਮੇਰਾ ਸਾਰਾ ਇਸ ਅਧੂਰਾ ਰਹਿ ਜਾਣਾ ਹੈ, ਕਿਉਂਕਿ ਦੋਵੇਂ ਇੱਕੋ ਜਿਹੀਆਂ ਸੁਭਾਅ ਵਾਲੀਆਂ ਤੇ ਆਪਣਾ ਆਪ ਮਿਟਾ ਕੇ ਜਿੱਥੇ ਬੱਚਿਆਂ ਲਈ ਚਾਨਣ ਮੁਨਾਰਾ ਸਾਬਤ ਹੋਈਆਂ, ਉੱਥੇ ਉਹਨਾਂ ਨੇ ਆਪੋ ਆਪਣੇ ਪਤੀਆਂ ਨੂੰ ਵੀ ਮਾਂ ਬਣ ਕੇ ਸਾਂਭਿਆ, ਕਿਉਂਕਿ ਦੋਵਾਂ ਨੂੰ ਅਹਿਸਾਸ ਸੀ ਕਿ ਉਹ ਪੰਥ ਦੇ ਬੇਸ਼ਕੀਮਤੀ ਹੀਰਿਆਂ ਨੂੰ ਸੰਭਾਲ ਕੇ ਰੱਖਣ ਦੀ ਜ਼ਿੰਮੇਵਾਰੀ ਉਹਨਾਂ ਦੇ ਹੱਥ ਹੈ। ਦੋਨਾਂ ਨੇ ਅੱਤ ਦੀ ਗਰੀਬੀ ਵਿੱਚ ਕਦੇ ਥਕਾਵਟ ਜਾਂ ਗਿਲਾ ਜਾਂ ਸ਼ਿਕਵਾ ਨਹੀਂ ਕੀਤਾ, ਸਿਰਫ ਸ਼ੁਕਰਾਨਾ ਹੀ ਕਰਦਿਆਂ ਮੈਂ ਦੋਨਾਂ ਨੂੰ ਵੇਖਿਆ ਹੈ। ਕਦੇ ਉਹਨਾਂ ਦੇ ਮੂੰਹੋਂ ਮੈਂ ਜੀਵਨ ਤੋਂ ਅੱਕਣ ਵਾਲੀ ਗੱਲ ਵੀ ਨਹੀਂ ਸੁਣੀ, ਨਾ ਉਹਨਾਂ ਨੇ ਕਦੇ ਵੀ ਆਪਣੇ ਭਾਗਾਂ ਦਾ ਰੋਣਾ ਰੋਇਆ। ਕਮਾਲ ਹੀ ਹੈ ਕਿ ਆਪੋ ਆਪਣੀਆਂ ਪਤੀਆਂ ਦੀ ਸੇਵਾ ਵਿੱਚ ਕਿਸੇ ਹੋਰ ਭਾਈਵਾਲ ਤੋਂ ਉਹਨਾਂ ਨੇ ਝਾਕ ਵੀ ਕਦੇ ਨਹੀਂ ਰੱਖੀ, ਤੇ ਜਿੰਨਾ ਸੀ ਉਹਨੇ ਵਿੱਚ ਹੀ ਸੰਪੂਰਨ ਤਸੱਲੀ ਰੱਖੀ। ਕਮਾਲ ਹੀ ਸੀ ਕਿ ਮੇਰੀ ਮਾਂ ਵੀ ਜਿਸ ਦਿਨ ਆਖਰੀ ਸਾਹ ਛੱਡ ਰਹੀ ਸੀ, ਕੈਂਸਰ ਉਹਨਾਂ ਨੂੰ ਹੋਇਆ ਪਿਆ ਸੀ, ਫੈਲਿਆ ਹੋਇਆ ਸੀ, ਨੀਮ ਬੇਹੋਸ਼ੀ ਵਿੱਚ ਵੀ ਜਦੋਂ ਆਖਰੀ ਕੁਝ ਕੁ ਸਕਿੰਟਾਂ ਲਈ ਸਿਰਫ ਉਹਨਾਂ ਨੂੰ ਅੱਧੀ ਜਿਹੀ ਹੋਸ਼ ਜੀ ਸੀ, ਤੇ ਮੇਰਾ ਹੱਥ ਫੜ ਕੇ ਕਹਿਣ ਲੱਗੇ ਕਿ ਭਈ ਮੈਂ ਚੱਲੀ ਹਾਂ, ਪਾਪਾ ਜੀ ਦਾ ਖਿਆਲ ਰੱਖੀ, ਇਹ ਤੇਰੀ ਜ਼ਿੰਮੇਵਾਰੀ ਹੈ।
ਮੈਂ ਬਿਲਕੁਲ ਉਹ ਸੰਭਾਲਦੀ ਰਹੀ ਹਾਂ ਹੁਣ ਤੱਕ ਜਿੰਨਾ ਵੀ ਮੇਰੇ ਤੋਂ ਹੋ ਸਕਿਆ। ਪਰ ਇੱਕ ਵਾਰ ਜਦੋਂ ਮੈਂ ਨਾ ਕੀਤੀ ਸੀ ਨਾ ਉਹਨਾਂ ਨੂੰ ਕਿ ਮੈਂ ਪੰਜਾਬੀ ਜ਼ੁਬਾਨ 'ਚ ਨਹੀਂ ਲਿਖਣਾ, ਤੁਸੀਂ ਵੀ ਫਾਕੇ ਕੱਟੇ, ਮੇਰੇ ਨਾਨੇ ਨੇ ਵੀ ਫਾਕੇ ਕੱਟੇ, ਕੀ ਖੱਟਿਆ ਜੇ ਤੁਸੀਂ? ਮੈਨੂੰ ਕਹਿਣ ਲੱਗੇ, ਇਹ ਮੇਰੇ ਕੋਲ ਨਾ ਕੁਝ ਚਿੱਠੀਆਂ ਸਾਂਭੀਆਂ ਪਈਆਂ ਨੇ ਟਰੰਕਾਂ ਦੇ ਵਿੱਚ, ਜਿਸ ਦਿਨ ਮੈਂ ਨਹੀਂ ਰਵਾਂਗਾ ਨਾ ਉਸ ਦਿਨ ਇਹ ਚਿੱਠੀਆਂ ਜਿਨ੍ਹਾਂ ਵੱਲੋਂ ਆਈਆਂ ਨੇ ਨਾ ਉਹਨਾਂ ਸ਼ਾਗਿਰਦਾਂ ਦੇ ਦਿਲ ਵਿੱਚ ਠਾਠਾ ਮਾਰਦਾ ਹੋਇਆ ਪਿਆਰ ਦਾ ਦਰਿਆ ਵੇਖੀ। ਤੇ ਤੈਨੂੰ ਦਰਿਆ ਦਿਖੇਗਾ ਸਿਰਫ ਪੰਜਾਬ ਅੰਦਰ ਨਹੀਂ, 7 ਸਮੁੰਦਰੋਂ ਪਾਰ ਵੀ। ਉਦੋਂ ਮੈਨੂੰ ਯਾਦ ਕਰ ਲਵੀਂ ਕਿ ਵੱਡੇ ਤੋਂ ਵੱਡੇ ਸਨਮਾਨ ਜਾਂ ਫੈਲੋਸ਼ਿਪਾਂ ਤੋਂ ਇਹ ਕਿਤੇ ਉੱਪਰ ਹੈ ਤੇ ਉਹ ਸ਼ਾਗਿਰਦ ਤੇਰੇ ਲਈ ਪਲਕਾਂ ਵਿਛਾ ਦੇਣਗੇ, ਇਸ ਧਰਤੀ ਉੱਤੇ ਪੈਰ ਵੀ ਨਹੀਂ ਤੈਨੂੰ ਧਰਨ ਦੇਣਗੇ। ਤੇ ਵਾਕਈ ਮੈਂ ਆਪਣੇ ਅੱਖੀਂ ਉਹ ਪਿਆਰ ਸਤਿਕਾਰ ਇੱਥੇ ਵੇਖਿਆ ਹੈ ਜਿੰਨਾ ਵੀ ਤੁਸੀਂ ਇਹ ਦਿਖਾ ਦਿੱਤਾ ਅੱਜ। ਵਾਕਈ ਇੱਕ ਵਾਰ ਫਿਰ ਮੈਨੂੰ ਆਪਣੇ ਮਾਂ ਪਿਓ ਤੇ ਨਾਨੇ ਦੀ ਯਾਦ ਆ ਗਈ। ਮੈਨੂੰ ਪਤਾ ਹੈ ਕਿ ਮਾਪਿਆਂ ਨੇ ਕਦੇ ਵੀ ਸਿਰ ਤੇ ਨਹੀਂ ਰਹਿਣਾ ਹੁੰਦਾ, ਪਰ ਜਦੋਂ ਵੀ ਮੈਂ ਕਦੇ ਚੰਗਾ ਕੰਮ ਕਰਕੇ ਮੁੜਦੀ ਸਾਂ ਹਮੇਸ਼ਾ ਉਹਨਾਂ ਨੇ ਹਿੱਕ ਨੂੰ ਲਾ ਕੇ ਮੈਨੂੰ ਪਿਆਰ ਦਿੱਤਾ ਹੈ। ਇੱਕ ਹੂਕ ਜਿਹੀ ਹੁਣ ਵੀ ਉੱਠਦੀ ਹੈ, ਪਰ ਹੁਣ ਉਹਨਾਂ ਦੀਆਂ ਅੱਡੀਆਂ ਬਾਹਾਂ ਨਹੀਂ ਮਿਲਦੀਆਂ ਮੈਨੂੰ ਕਿ ਛਾਤੀ ਨਾਲ ਮੈਨੂੰ ਲਾ ਕੇ ਅਸੀਸ ਦੇ ਦੇਣ। ਸਿਰਫ ਆਪਣੇ ਨਾਨੇ ਤੇ ਪਿਓ ਦੀ ਤਸਵੀਰ ਨਾਲ ਹੀ ਹੁਣ ਸਾਰਨਾ ਪੈਂਦਾ ਹੈ। ਮੈਨੂੰ ਪਤਾ ਹੈ ਮੈਨੂੰ ਕਦੇ ਵੀ ਹੁਣ ਕਿਸੇ ਨੇ ਨਹੀਂ ਕਹਿਣਾ ਕਿ ਹਰਸ਼ਾਂ ਬੱਲਿਆ ਤੂੰ ਫਖਰ ਨਾਲ ਮੇਰਾ ਸਿਰ ਹੋਰ ਉੱਚਾ ਕਰ ਦਿੱਤਾ। ਤੇ ਮੈਂ ਉਹ ਮੱਥੇ ਤੇ ਪਿਆਰਾ ਜਿਹਾ ਚੁੰਮਣ ਤੇ ਅਸੀਸ ਭਰਿਆ ਹੱਥ ਵੇਖ ਕੇ ਹਰ ਵਾਰ ਅਸਮਾਨ ਵੱਲ ਤੱਕ ਕੇ ਮੈਂ ਆਸਰਾ ਕਰ ਲੈਂਦੀ ਹਾਂ, ਭਾਵੇਂ ਰੋ ਵੀ ਲੈਂਦੀ ਹਾਂ ਕਦੇ ਹਲਕਾ, ਪਰ ਨੇਮ ਨਾਲ ਮੈਂ ਉਹਨਾਂ ਦੀ ਤਸਵੀਰ ਅੱਗੇ ਰੱਖੀ ਕਲਮ ਜ਼ਰੂਰ ਰੋਜ਼ ਚੁੱਕਦੀ ਹਾਂ ਤਾਂ ਕਿ ਉਸ ਝੰਡਾ ਬਰਦਾਰ ਦੀ ਧੀ ਜਾਂ ਦੋਤੀ ਕਹਾਉਣ ਦਾ ਹੱਕ ਅਦਾ ਕਰ ਸਕਾਂ। ਪਰ ਅੱਜ ਇੰਨਾ ਪਿਆਰ ਸਤਿਕਾਰ ਤੁਹਾਡੇ ਵੱਲੋਂ ਮਿਲਿਆ ਦੇਖ ਕੇ ਕੁਝ ਮੇਰਾ ਦਿਲ ਰੋਂਦਾ ਹੈ ਕਿ ਕਾਸ਼ ਅੱਜ ਇੱਕ ਵਾਰ, ਸਿਰਫ ਇੱਕ ਵਾਰ ਹਲਕੀ ਜਿਹੀ ਅਰਸ਼ੋਂ ਕੋਈ ਆਵਾਜ਼ ਮੇਰੇ ਕੰਨੀ ਪੈ ਜਾਏ ਕਿ ਹਰਸ਼ਾ ਬੱਲਿਆ ਸ਼ਾਬਾਸ਼ ਏ, ਅੱਜ ਤੂੰ ਇੱਕ ਨਾਨੇ ਦੀ ਦੋਤਰੀ ਤੇ ਇੱਕ ਪਿਓ ਦੀ ਧੀ ਕਹਾਉਣ ਦਾ ਹੱਕ ਅਦਾ ਕਰ ਦਿੱਤਾ। ਕਹਿਣ ਨੂੰ ਸਭ ਬਹੁਤ ਕੁਛ ਹੈ ਜੀ ਕਿ ਮੈਂ ਕਦੇ ਸ਼ਾਇਦ ਸਾਲਾਂ ਸਾਲ ਲੱਗੀ ਰਹਾਂ ਦੱਸਣ, ਪਰ ਸਮਾਂ ਨਹੀਂ ਜ਼ਰੂਰ ਹੋਰ ਦਿੰਦਾ। ਪਰ ਜਿਹੜਾ ਤੁਸੀਂ ਹੰਭਲਾ ਮਾਰਿਆ ਇਹਨਾਂ ਸ਼ਖਸੀਅਤਾਂ ਨੂੰ ਯਾਦ ਕਰਨ ਦਾ, ਇੱਕ ਵਾਰ ਦਿਲੋਂ ਸ਼ੁਕਰੀਆ। ਮੈਂ ਇਹ ਰਿਣ ਹਮੇਸ਼ਾ ਯਾਦ ਰੱਖਾਂਗੀ। ਜੋ ਇੱਕ ਆਖਰੀ ਜੋ ਸਤਰ ਮੈਂ ਦੱਸਦਿਆਂ ਜੋ ਮੇਰੀ ਜ਼ਿੰਦਗੀ ਦਾ ਸਬਕ ਉਹਨਾਂ ਨੇ ਸਿਖਾਇਆ ਸੀ, शाहीन कभी परवाज से थक कर नहीं गिरता, शाहीन कभी परवाज से थक कर नहीं गिरता, पुरदम है अगर तू तो नहीं खतरा है उस्ताद। उकाब कदे तेज़ हवावां तो डर के नहीं डिगदा, बल्कि तेज़ हवा आउण ते अपनी अंदरली ताकत नाल होर उच्ची उडारी मारन लई तैयार हो जांदा है। सो जिंदगी विच कदे भी औकड़ा आउण तां वाकई होर हंभला मार के उच्ची उडारी मारन दी कोशिश कर वेखियो। ਤੇ ਮੈਂ ਇਹ ਨਵਾਂ ਵਰ੍ਹਾ ਜੋ ਆਉਣ ਵਾਲਾ ਹੈ ਉਹਦੀਆਂ ਬਹੁਤ ਬਹੁਤ ਮੁਬਾਰਕਾਂ ਦੇ ਨਾਲ ਬਸ ਇੰਨਾ ਹੀ ਕਹਿ ਕੇ ਤੁਹਾਡੇ ਤੋਂ ਅਲਵਿਦਾ ਲੈਂਦੀ ਹਾਂ ਕਿ ਸਦਾ ਨਾ ਬਾਗੀ ਬੁਲਬੁਲ ਬੋਲੇ, ਸਦਾ ਨਾ ਮੌਜ ਬਹਾਰਾਂ, ਸਦਾ ਨਾ ਹੁਸਨ ਜਵਾਨੀ ਮਾਪੇ, ਸਦਾ ਨਾ ਮਹਿਫਿਲ ਯਾਰਾਂ। ਸੋ ਜਦ ਤੱਕ ਹਾਂ ਇਕੱਠੇ ਰਲ ਮਿਲ ਕੇ ਜੇ ਰਹਿ ਸਕੀਏ ਤਾਂ ਵਾਕਈ ਕਮਾਲ ਹੋ ਜਾਏਗਾ। 2 ਕੜੇ ਮੇਰੇ ਹੱਥ ਵਿੱਚ ਨੇ, ਮੈਂ ਦੱਸਦਿਆਂ ਇਹਨਾਂ 'ਚੋਂ ਇੱਕ ਜੇ ਮੇਰੇ ਨਾਨਾ ਜੀ ਪ੍ਰੋਫੈਸਰ ਸਾਹਿਬ ਸਿੰਘ ਦਾ ਜਦੋਂ ਉਹਨਾਂ ਦੀ ਦੇਹ ਸਾੜੀ ਗਈ ਹੈ ਅਗਨ ਦੇ ਵਿੱਚੋਂ ਹੀ ਨਿਕਲਿਆ, ਤੇ ਇੱਕ ਮੇਰੇ ਪਾਪਾ ਜੀ ਦਾ। ਇਹ ਯਾਦ ਮੈਂ ਹਮੇਸ਼ਾ ਨਾਲ ਰੱਖਦੀ ਹਾਂ, ਮੈਨੂੰ ਲੱਗਦਾ ਦੋਵੇਂ ਮੇਰੇ ਨਾਲ ਨੇ, ਅੰਗ ਸੰਗ ਨੇ। ਸੋ ਮੈਂ ਇਹਨਾਂ ਹੀ ਸ਼ਬਦਾਂ ਨਾਲ ਤੁਹਾਡੇ ਤੋਂ ਕਿਹਾ ਲੈਣਾ। ਬਹੁਤ ਧੰਨਵਾਦ।